हेलो एंड वेलकम सत श्री अकाल जी। मैं हाँ हरजोत कौर हाजिर हाँ जी लैके तुहाडा अपना मनपसंद इमीग्रेशन शो उडारी विदेशों नूं ते हर वार की तरह अपडेट्स शामिल रहणगे। खास तौर पर आपां कैनेडा और आस्ट्रेलिया की गल करांगे, एसडीएस ते नॉन एसडीएस प्रोफाइल्स की भी गल करांगे, फ्लाइट्स नूं लैके की रुझान है, आस्ट्रेलिया के नैक्सट किहड़े इनटेक लई तुसीं अप्लाई कर सकते हो। ये सारियां गल्लां अज शो दे विच शामिल रहणगियां, इसलिए शो पूरा शुरू तो लैके अखीर तक जरूर ध्यान नाल वेखना ते सुनना तुसीं। ते जो शो के दौरान तुसीं कॉल्स भी कर सकते हो। लगातार नंबर जो है स्क्रीन के उपर डिस्पले हो रहा है। तो हुण मैं इंट्रोड्यूस करवाना चाहूँगी जिहड़े साडे अज दे मेहमान ने साडे नाल स्टूडियो दे विच एसएएस मोहाली तो वीज़ा एक्सपर्ट मिस्टर सुभाष महाजन जी, बहुत बहुत स्वागत है जी। सत श्री अकाल। सत श्री अकाल मैम जी। साडे कोल ढेर सारे सवाल आते हैं स्टूडेंट्स के दर्शकों के। तो अज मैं शुरुआत करना चाहूँगी कि कैनेडा दियां नॉन एसडीएस प्रोफाइल्स नूं लैके असीं पहलां भी हालांकि शो करते रहे हैं, पर तुहाडे तो भी जानना चाहांगे कि नॉन एसडीएस प्रोफाइल्स का की भविख लग रहा है, क्योंकि रिफ्यूजल जिस तरह नाल आ रहे हैं रेशो ही लग रही है कि नॉन एसडीएस से ही ज़्यादा रिफ्यूजल्स ने। नहीं नहीं देखो, एक्चुअली ये नहीं हैगा कि तुसीं जे 6.5 बैंड ले लिया तो तुसीं सिक्योर हो, जे 6 ईच हो गए हो तो तुसीं सिक्योर हो। एक्चुअली देखो एक चीज़ नूं समझीए असीं, ਜਿਹੜੇ ਬੈਂਡ ਸਕੋਰ ਹੈ ਜੇ ਆਪਾਂ ਗੱਲ ਕਰੀਏ ਕਿ ਓਵਰਆਲ 6 ਯਾਰ ਬੰਦੇ ਦੇ 1 ਚੋਂ 5.5 ਆਇਆ ਹੈ, 2 ਚੋਂ 5.5 ਆਇਆ ਹੈ, ਯਾਰ ਅਸੀਂ ਇਸ ਚੀਜ਼ ਨੂੰ ਸਮਝੀਏ ਕਿ ਪਹਿਲੇ ਆਈਲੈਟਸ ਚੀਜ਼ ਕੀ ਹੈ। ਆਈਲੈਟਸ ਇੱਕ ਬੱਚੇ ਦੀ ਕੁਆਲਿਟੀ ਹੈ ਕਿ ਹਾਊ ਮਚ ਦੇ ਨੋ ਦਾ ਇੰਗਲਿਸ਼, ਕਿ ਉਸ ਬੱਚੇ ਦੀ ਜਿਹੜੀ ਇੰਗਲਿਸ਼ ਐਫੀਸ਼ੀਐਂਸੀ ਹੈ ਉਹ ਕਿੰਨੀ ਕੁ ਹੈ। ਸਮਝ ਇਸ ਚੀਜ਼ ਨੂੰ ਟੈਕਨੀਕਲੀ। ਔਰ ਦੂਸਰਾ ਹੁਣ ਦੇਖੋ ਕਿਆ ਕਈ ਵਾਰ ਆਪਾਂ ਵੇਖਦੇ ਨੇ ਕਿ ਐਮਬੈਸੀ ਨੇ ਯਾਰ 6.5 ਤੇ ਵੀ ਰਿਫਿਊਜ਼ ਕਰਤਾ, 6 ਸੀਜ਼ ਤੇ ਵੀ ਰਿਫਿਊਜ਼ ਕਰਤਾ। ਯਾਰ ਦੇਖੋ ਜੇ ਇਕੱਲੇ ਤੁਹਾਨੂੰ ਬੈਂਡ ਸਕੋਰ ਨੇ ਵੀਜ਼ਾ ਦੇਣਾ ਹੁੰਦਾ ਤੇ ਆਈ ਥਿੰਕ ਸੋ ਕਿ ਐਮਬੈਸੀ ਨਾਂ ਦੀ ਕੋਈ ਚੀਜ਼ ਨਾ ਹੁੰਦੀ, ਸਿੱਧਾ ਤੁਸੀਂ 에ਅਰਪੋਰਟ ਜਾਂਦੇ 6 ਸੀਜ਼ ਵਾਲਾ ਟੀਆਰ ਲੈਂਦਾ, 6 ਸੀਜ਼ ਵਾਲਾ ਟੀਆਰ ਲੈ ਕੇ ਜਾਂਦੇ ਕਿ ਬਾਈ ਜੀ ਵੀਜ਼ਾ ਦੇ ਦਿਓ ਤਾਂ ਵੀਜ਼ਾ ਦੇ ਦਿੰਦੇ। ਇਹ ਸੱਚ ਨਹੀਂ ਹੈਗਾ। ਐਕਚੁਅਲੀ ਕੀ ਹੈ ਕਿ ਇਕੱਲੇ ਬੈਂਡ ਸਕੋਰ ਦੇ ਨਾਲ ਤੁਸੀਂ ਹਾਈ ਕਮਿਸ਼ਨ ਤੋਂ ਵੀਜ਼ਾ ਨਹੀਂ ਲੈ ਸਕਦੇ। ਉਹਦੀ ਕਾਫੀ ਜ਼ਿਆਦਾ ਫਾਰਮੈਲਿਟੀਜ਼ ਹੈ। ਫਸਟਲੀ ਆਉਂਦੀ ਹੈ ਤੁਹਾਡੇ ਫਾਈਨੈਂਸ਼ੀਅਲਸ, ਕਿ ਯਾਰ ਜਿਸ ਕੰਟਰੀ ਨੂੰ ਤੁਸੀਂ ਅਪਰੋਚ ਕਰ ਰਹੇ ਹੋ, ਕਿ ਲਈ ਮੈਂ ਕੈਨੇਡਾ ਦੀ ਗੱਲ ਨਹੀਂ ਕਰ ਰਿਹਾ, ਉਸ ਕੰਟਰੀ ਦੇ ਲਿਵਿੰਗ ਐਕਸਪੈਂਸ ਨੂੰ ਕਿਆ ਤੁਹਾਡੇ ਜੋ ਤੁਹਾਨੂੰ ਕੋ ਪਾਰਟਨਰ ਸਪੋਰਟ ਕਰ ਰਹੇ ਆ ਫਾਈਨੈਂਸ਼ੀਅਲੀ, ਕਿਆ ਉਹਨਾਂ ਦਾ ਸੋਰਸ ਆਫ ਇਨਕਮ ਇੰਨਾ ਕੁ ਹੈਗਾ ਕਿ ਉਸ ਕੰਟਰੀ ਦੇ ਖਰਚੇ ਪਾਣੀ ਨੂੰ ਬੇਅਰ ਕਰ ਸਕਦੇ ਆ। ਦੂਸਰਾ ਆਊਗਾ ਤੁਹਾਡੇ ਕੋਰਸ ਦੀ ਰੈਲੀਵੈਂਸੀ, ਕਿ ਜੋ ਤੁਸੀਂ ਫਲੈਸ਼ਬੈਕ ਦੀ ਸਟੱਡੀ ਕੀਤੀ ਹੈ ਅਪਕਮਿੰਗ ਸਟੱਡੀ ਨਾਲ ਮੈਚ ਹੋ ਰਹੀ ਹੈ। ਤੀਸਰਾ ਡਿਪੈਂਡ ਕਰੂਗਾ ਵੇ ਟੂ ਰਿਪਰੈਜ਼ੈਂਟ ਦਾ ਫਾਈਲ, ਕਿ ਤੁਹਾਡੀ ਜਿਹੜੀ ਫਾਈਲ ਦੀ ਰਿਪਰੈਜ਼ੈਂਟੇਸ਼ਨ ਹੈ, ਤੁਹਾਡੀ ਐਸਓਪੀ ਹੈ, ਤੁਹਾਡੇ ਏਜੰਟ ਨੇ ਜਾਂ ਤੁਹਾਡੀ ਪ੍ਰੋਫਾਈਲ ਦੇ ਵਿੱਚ ਕਿੰਨੀ ਕੁ ਸੋਲਿਡ ਲੱਗੀ ਹੋਈ ਹੈ। ਐਕਚੁਅਲੀ ਕੀ ਹੈ ਤੁਹਾਨੂੰ ਇੱਕ ਚੀਜ਼ ਦੱਸਦਾ, ਜਿਹੜੀ ਗੋਰਿਆਂ ਦੀ ਸੋਚ ਆ ਨਾ ਉਹ ਇੱਕ ਵਰਡ ਨੂੰ ਲੈਂਥ ਹੀ ਨਹੀਂ ਲੈ ਕੇ ਚੱਲਦੇ। ਦੇ ਜਸਟ ਵਾਂਟ ਅ ਕਰਕਸ ਕਿ ਰੈਲੇਵੈਂਟ ਇੱਕ ਵਰਡ ਹੋਵੇ, ਮਿਨੀਮਮ ਵਰਡਸ ਦੇ ਵਿੱਚ। ਹੁਣ ਕਈ ਵਾਰੀ ਸੁਣਦੇ ਆ ਕਿ ਯਾਰ ਸਾਡੇ ਏਜੰਟ ਨੇ ਯਾਰ 7 ਪੇਜਾਂ ਦੀ ਐਸਓਪੀ ਲਾਤੀ, ਸਾਡੇ ਏਜੰਟ ਨੇ ਘੱਟ ਵਰਡ ਦੀ ਐਸਓਪੀ ਲਾਤੀ। ਇਹ ਸੱਚ ਨਹੀਂ ਹੈਗਾ। ਤੁਸੀਂ ਵੇਖੋ ਕਿ ਕਰੰਟ ਸਿਨੈਰੀਓ ਦੇ ਮੁਤਾਬਿਕ ਇਸ ਟਾਈਮ ਹਾਈ ਕਮਿਸ਼ਨ ਦੇ ਵਿੱਚ ਕੀ ਸਿਨੈਰੀਓ ਚੱਲ ਰਿਹਾ, ਕਿਸ ਚੀਜ਼ ਦੇ ਉੱਤੇ ਜ਼ਿਆਦਾ ਫੋਕਸ ਆਊਟ ਕਰ ਰਿਹਾ, ਤੁਹਾਡੇ ਫਾਈਨੈਂਸ਼ੀਅਲਸ ਤੇ, ਤੁਹਾਡੇ ਕੋਰਸ ਤੇ, ਬਹੁਤ ਚੀਜ਼ਾਂ ਡਿਪੈਂਡ ਕਰਦੀਆਂ ਫਾਈਲ ਦੇ ਉੱਤੇ। ਬਾਕੀ ਇਹ ਨਹੀਂ ਹੈਗਾ ਕਿ 5.5 ਵਾਲੇ ਦਾ ਵੀਜ਼ਾ ਨਹੀਂ ਆਉਂਦਾ। ਡੈਫੀਨੇਟਲੀ ਹੁਣ ਨਾ ਇੱਕ ਪੰਜਾਬੀ ਚ ਕਹਾਵਤ ਹੈ, ਜਿੰਨੀ ਚੱਦਰ ਉਹਨੇ ਪੈਰ ਫਸਾ ਰਹੀ ਹੈ। ਹੁਣ ਜੇ ਮੇਰੀ 1 ਚੋਂ 5.5 ਹੈ, ਕਿਉਂ ਨਾ ਮੈਡਮ ਮੈਂ ਪ੍ਰੋਗਰਾਮ ਹੀ ਉਹ ਚੂਜ਼ ਕਰਾਂ ਜਿਸ ਕੋਰਸ ਦੀ, ਜਿਸ ਕਾਲਜ ਦੀ ਰਿਕੁਆਇਰਮੈਂਟ ਹੀ ਓਵਰਆਲ 6 ਚੋਂ 5.5 ਦੀ ਹੋਏ। ਸੋ ਡੈਫੀਨੇਟਲੀ ਇਹਦੇ ਨਾਲ ਇੱਕ ਵੀਜ਼ਾ ਰੇਟ ਵੀ ਘਟੂਗੀ, ਔਰ ਜਿਹੜੇ ਬੱਚਿਆਂ ਦਾ ਟਰਸਟ ਹੈ ਟੂਵਾਰਡਸ ਕਿ ਯਾਰ ਕਈ ਵਾਰ ਵੇਖਦੇ ਆਪਾਂ ਕਿ ਯਾਰ ਬੱਚੇ ਦੇ 1 ਚੋਂ 5.5 ਆ ਗਏ, ਯਾਰ 6 ਵਾਰ ਆਈਲੈਟਸ ਦੇ ਅਟੈਂਪਟ ਕੀਤੇ ਹੋਏ ਆ। ਸੋ ਇੱਕ ਕਹਿਣ ਦੀ ਗੱਲ ਹੈ ਕਿ ਆਈਲੈਟਸ ਦੇ ਅਟੈਂਪਟ ਕਰਨਾ, ਯਾਰ 15-16 ਹਜ਼ਾਰ ਤੁਸੀਂ ਫੀਸ ਭਰ ਰਹੇ ਹੋ, ਠੀਕ ਹੈ ਜੀ, ਉਸ ਤੋਂ ਬਾਅਦ ਤੁਸੀਂ ਕਲਾਸਿਸ ਲਗਾਉਣ ਵੀ ਜਾ ਰਹੇ ਹੋ। ਇੱਦਾਂ ਦੇ ਬੱਚੇ ਆਉਂਦੇ ਹੈ ਕਿ ਯਾਰ ਜਿੰਨਾ ਇੱਕ ਜੀਆਈਸੀ ਉਨੀ ਜੀਆਈਸੀ ਦੀ ਅਮਾਊਂਟ ਜਿੰਨੀ ਤਾਂ ਉਹਨਾਂ ਨੇ ਆਈਲੈਟਸ ਦੇ ਐਗਜ਼ਾਮ ਦੇ ਦਿੱਤੇ। ਸੋ ਬਹੁਤ ਚੀਜ਼ਾਂ ਮੈਟਰ ਕਰਦੀਆਂ। ਸੋ ਇੱਕ ਵਾਰੀ ਜਿਹੜੀ ਕਹਿੰਦੇ ਨਾ ਕਿ ਆਪਾਂ ਕਹੀਏ ਕਿ ਯਾਰ ਸਾਡੇ ਅਕੋਰਡਿੰਗ ਕੰਟਰੀ ਢੁਕੂਗੀ, ਨਹੀਂ, ਨੈਵਰ। ਸਾਨੂੰ ਕੰਟਰੀ ਦੇ ਪ੍ਰੋਸੈਸ ਦੇ ਮੁਤਾਬਿਕ ਆਪਣੇ ਆਪ ਦੇ ਨਾਲ ਕੰਪਰੋਮਾਈਜ਼ ਕਰਨੇ ਪੈਣਾ। ਬਿਲਕੁਲ ਸਹੀ ਕਿਹਾ ਤੁਸੀਂ, ਬਿਲਕੁਲ ਸਹੀ ਕਿਹਾ। ਤੇ ਹੋਰ ਵੀ ਆਪਾਂ ਇਸੇ ਤਰੀਕੇ ਨਾਲ ਖਾਸ ਗੱਲਾਂ ਦੇ ਉੱਪਰ ਚਰਚਾ ਕਰਦੇ ਰਹਿੰਦੇ ਆ, ਇਸ ਲਈ ਤਾਂ ਕਿ ਜੋ ਹੈ ਸਟੂਡੈਂਟ ਹੈ ਅਵੇਅਰ ਹੋਵੇ, ਉਹਨਾਂ ਨੂੰ ਪਤਾ ਚੱਲੇ ਕਿ ਤੁਹਾਡੀ ਪ੍ਰੋਫਾਈਲ ਦੇ ਉੱਪਰ ਅਗਰ ਕੰਮ ਹੋ ਰਿਹਾ, ਫਾਈਲਿੰਗ ਦੇ ਉੱਪਰ ਕੰਮ ਹੋ ਰਿਹਾ, ਤਾਂ ਤੁਸੀਂ ਵੀ ਕਿਹਨਾਂ ਚੀਜ਼ਾਂ ਦਾ ਧਿਆਨ ਰੱਖੋ ਤਾਂ ਕਿ ਅੱਗੇ ਜਾ ਕੇ ਤੁਹਾਨੂੰ ਮੁਸ਼ਕਿਲ ਨਾ ਆਵੇ। ਆਸਟ੍ਰੇਲੀਆ ਦੀ ਵੀ ਅਗਰ ਗੱਲ ਕਰ ਲਈਏ ਤਾਂ ਕਲੀਅਰ ਹੋ ਚੁੱਕਿਆ, ਅਸੀਂ ਪਹਿਲਾਂ ਵੀ ਸ਼ੋਜ਼ ਵਿੱਚ ਗੱਲ ਕਰ ਚੁੱਕੇ ਕਿ ਫਲਾਈਟਸ ਨੂੰ ਲੈ ਕੇ ਹੁਣ ਕੋਈ ਵੀ ਸ਼ਸ਼ੋਪੰਜ ਨਹੀਂ ਹੈ, ਫਲਾਈਟਸ ਚੱਲ ਰਹੀਆਂ ਨੇ। ਕਿਹੜੇ ਇਨਟੇਕ ਲਈ ਹੁਣ ਸਟੂਡੈਂਟਸ ਜਿਹੜੇ ਆ ਅਪਲਾਈ ਕਰਨ, ਤੇ ਕਿਹੜੀਆਂ ਪ੍ਰੋਫਾਈਲਸ ਨੂੰ ਤੁਸੀਂ ਸੁਜੈਸਟ ਕਰੋਗੇ ਆਸਟ੍ਰੇਲੀਆ ਲਈ ਹੀ ਅਪਲਾਈ ਕਰ ਲੈਣ ਫਟਾਫਟ? ਦੇਖੋ ਆਸਟ੍ਰੇਲੀਆ ਦੀ ਜਦੋਂ ਗੱਲ ਆਉਂਦੀ ਹੈ ਨਾ, ਤੇ ਪਹਿਲਾ ਦਿਮਾਗ 'ਚ ਪੁਆਇੰਟ ਆਉਂਦਾ ਹਮੇਸ਼ਾ ਤੁਹਾਡੇ ਫਾਈਨੈਂਸ਼ੀਅਲਸ। ਕਿਆ ਤੁਹਾਡੇ ਕੋਲ ਜਿਹੜੇ ਆਪ ਦੇ ਫਾਈਨੈਂਸ਼ੀਅਲਸ ਹੈਗੇ ਆ 18 ਤੋਂ 20 ਲੱਖ ਦੇ? ਕਿਉਂਕਿ ਐਕਚੁਅਲੀ ਜਿਹੜਾ ਆਸਟ੍ਰੇਲੀਆ ਦਾ ਵੀਜ਼ਾ ਨਾ, ਦੈਟਸ ਟੋਟਲੀ ਡਿਪੈਂਡ ਅਪਨ ਯੂਰ ਜੀਟੀ, ਕਿ ਜਿਹੜਾ ਤੁਸੀਂ ਜੈਨੂਨ ਟੈਂਪਰੇਰੀ ਐਂਟਰੈਂਟ ਉਸ ਕੋਲ
ਕਾਲਜ ਦਾ ਕਲੀਅਰ ਕਰ ਰਹੇ ਹੋ, ਉਸ ਯੂਨੀਵਰਸਿਟੀ ਦਾ ਕਲੀਅਰ ਕਰ ਰਹੇ ਹੋ। ਹੁਣ ਐਕਚੁਅਲ ਚ ਕੀ ਹੈ, ਜੇ ਆਪਾਂ ਆਸਟ੍ਰੇਲੀਆ ਨੂੰ ਡੀਪਲੀ ਲੈ ਕੇ ਚੱਲੀਏ ਤੇ ਆਸਟ੍ਰੇਲੀਆ ਦੀਆਂ 3 ਕੈਟਾਗਰੀਜ਼ ਹੈ, ਲੈਵਲ 1, ਲੈਵਲ 2, ਲੈਵਲ 3। ਹੁਣ ਡਿਪੈਂਡ ਕਰੂਗਾ ਕਿ ਤੁਸੀਂ ਕਿਸ ਲੈਵਲ ਨੂੰ ਅਪਰੋਚ ਕਰ ਰਹੇ ਹੋ। ਇੱਕ ਵੈਟ ਕਾਲਜ ਨੂੰ ਅਪਰੋਚ ਕਰ ਰਹੇ ਹੋ, D2D ਟੇਫ ਕਾਲਜ ਨੂੰ ਅਪਰੋਚ ਕਰ ਰਹੇ ਹੋ, ਜਾਂ ਯੂਨੀਵਰਸਿਟੀ ਪ੍ਰੋਗਰਾਮ ਨੂੰ ਅਪਰੋਚ ਕਰ ਰਹੇ ਹੋ। ਬਿਕੋਜ਼ ਤਿੰਨਾਂ ਦਾ ਜਿਹੜੇ ਤਿੰਨਾਂ ਲੈਵਲਾਂ ਦਾ ਆਪਣਾ ਆਪਣਾ ਇੱਕ ਵੇ ਟੂ ਪ੍ਰੋਸੈਸ ਹੈ, ਹਰ ਇੱਕ ਦੀ ਆਪਣੀ ਆਪਣੀ ਐਲੀਜੀਬਿਲਟੀ ਹੈ। ਬਾਕੀ ਸਟੇਨ ਆਸਟ੍ਰੇਲੀਆ ਦਾ ਹਰ ਇੱਕ ਚੀਜ਼ ਕਲੀਅਰ ਹੈ, ਉਹ ਡੈਫੀਨਿਟਲੀ ਅੱਛੀ ਵੀਜ਼ਾ ਰੇਟ ਵੀ ਦੇਊਗਾ ਜੀ। ਬਿਲਕੁਲ। ਸੋ ਸਾਡੇ ਕਾਲਰਸ ਵੀ ਸਾਡੇ ਨਾਲ ਜੁੜਨਾ ਸ਼ੁਰੂ ਹੋ ਚੁੱਕੇ ਨੇ, ਪਰ ਮੈਂ ਇਸ ਤੋਂ ਪਹਿਲਾਂ ਕਿ ਅਗਲੀ ਇਹ ਕਾਲ ਲਵਾਂ, ਮੈਂ ਇੱਕ ਬਹੁਤ ਹੀ ਜ਼ਰੂਰੀ ਸਵਾਲ ਹੋਰ ਜ਼ਰੂਰ ਪੁੱਛਣਾ ਚਾਹ ਰਹੀ ਹਾਂ ਕਿ ਆਪਾਂ ਦੋਵਾਂ ਪ੍ਰੋਫਾਈਲਸ ਦੀ ਗੱਲ ਕਰ ਰਹੇ ਹਾਂ, ਕੈਨੇਡਾ ਦੀ ਵੀ ਗੱਲ ਕਰ ਰਹੇ ਹਾਂ, ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ, ਪਰ ਜਿੱਥੇ ਕੋਰਸ ਸਿਲੈਕਸ਼ਨ ਦੀ ਗੱਲ ਆ ਜਾਂਦੀ ਹੈ, ਕੋਰਸ ਰੈਲੀਵੈਂਸੀ ਦੀ ਗੱਲ ਆ ਜਾਂਦੀ ਹੈ, ਉੱਥੇ ਆ ਕੇ ਸਟੂਡੈਂਟਸ ਕਿਤੇ ਨਾ ਕਿਤੇ ਆਪਣੀ ਗਲਤੀ ਜਾਂ ਫਿਰ ਬਿਲਕੁਲ ਹੀ ਕੰਸਲਟੈਂਟ ਦੇ ਉੱਪਰ ਜੇ ਛੱਡ ਦਿੰਦੇ ਨੇ ਗੱਲ, ਤਾਂ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਜਾਂਦਾ। ਬਿਲਕੁਲ, ਇਹ ਜਿਹੜਾ ਪੁਆਇੰਟ ਹੈ ਇਹ ਪਹਿਲੇ ਦਿਨ ਤੋਂ ਹੀ ਤੁਹਾਡੀ ਫਾਈਲ ਦੇ ਨਾਲ, ਬਿਕੋਜ਼ ਜਿਹੜੀ ਤੁਹਾਡੀ ਫਾਈਲਿੰਗ ਹਾਈ ਕਮਿਸ਼ਨ ਤੱਕ ਜਾਣੀ ਆ ਉਹਦਾ ਬੇਸ ਗਰਾਊਂਡ ਹੈ, ਬਿਕੋਜ਼ ਤੁਹਾਡੇ ਆਫਰ ਲੈਟਰ ਦੇ ਆਧਾਰ ਤੋਂ ਤੁਹਾਡਾ ਗਰਾਊਂਡ ਤਿਆਰ ਹੋਣਾ, ਇਹ ਤੁਹਾਡੀ ਇੱਕ ਤਰ੍ਹਾਂ ਦੀ ਨੀਂਹ ਆਫਰ ਲੈਟਰ। ਹੁਣ ਇੱਕ ਚੀਜ਼ ਨੂੰ ਅਸੀਂ ਸਮਝੀਏ, ਹੁਣ ਅਸੀਂ ਤਾਂ ਕਹਿ ਦਿੰਦੇ ਹਾਂ ਕਿ ਯਾਰ ਏਜੰਟ ਨੇ ਸਾਨੂੰ ਗਲਤ ਕੋਰਸ ਦੇ ਦਿੱਤਾ, ਯਾਰ ਆਪਾਂ ਇੰਨੇ ਬੱਚੇ ਨਹੀਂ ਹੈਗੇ। ਹੁਣ ਮੈਂ ਆਰਟਸ ਕੀਤੀ ਹੈ, ਮੈਂ ਕਿਵੇਂ ਮੈਡੀਕਲ ਲਾਈਨ ਦਾ ਪ੍ਰੋਗਰਾਮ ਲੈ ਲੂੰਗਾ? ਠੀਕ ਹੈ। ਹੁਣ ਐਕਚੁਅਲ ਚ ਕੀ ਹੈ, ਤੁਹਾਡੀ ਰੈਲੀਵੈਂਸੀ ਤਾਂ ਜ਼ਰੂਰੀ ਹੈ, ਔਰ ਦੂਸਰਾ ਇੱਕ ਚੀਜ਼ ਨੂੰ ਧਿਆਨ ਨਾਲ ਦੱਸੀ ਆਪਾਂ ਤੁਹਾਨੂੰ। ਹੁਣ ਆਪਾਂ ਤੁਹਾਨੂੰ ਇੱਕ ਚੀਜ਼ ਨਾ ਥੋੜਾ ਡੀਪਲੀ ਲੈ ਕੇ ਜਾਊਂਗਾ, ਇੱਕ ਅੱਧਾ ਮਿੰਟ ਫਾਲਤੂ ਲਾਉਂਗਾ ਇਸ ਚੀਜ਼ ਦੇ ਉੱਤੇ। ਹੁਣ ਕੀ ਹੁੰਦਾ ਕਿ ਮੇਰੇ ਤਾਂ ਯਾਰ ਓਵਰਆਲ ਬੱਚੇ ਦੇ 70% ਮਾਰਕਸ ਹੈ, ਠੀਕ ਹੈ ਜੀ, 70% ਮੇਰੇ ਮਾਰਕਸ ਹੈਗੇ ਆ, ਪਰ ਹੋ ਸਕਦਾ ਜਿਹੜਾ ਅਸੀਂ ਅੱਗੇ ਕੋਰਸ ਲਿਆ ਉਹਦੀ ਕੋਰਸ ਸਬਜੈਕਟ ਦੀ ਸਪੈਸ਼ਲਾਈਜੇਸ਼ਨ ਕੀ ਹੈ, ਬਹੁਤ ਚੀਜ਼ਾਂ ਮੈਟਰ ਕਰਦੀਆਂ। ਹੁਣ ਬੱਚੇ ਦੇ 55 ਹੈਗੇ ਅਕਾਊਂਟਸ ਦੇ ਵਿੱਚੋਂ ਅਸੀਂ ਪ੍ਰੋਗਰਾਮ ਅਕਾਊਂਟ ਵਾਲਾ ਲੈ ਲਿਆ, ਉਹ ਚੀਜ਼ ਮੈਟਰ ਨਹੀਂ ਕਰਦੀ। ਜੀ ਬਿਲਕੁਲ। ਸੋ ਸਾਡੇ ਕਾਲਰਸ ਜੋ ਲਗਾਤਾਰ ਸਾਡੇ ਨਾਲ ਜੁੜ ਰਹੇ ਨੇ। ਹੈਲੋ 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 ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਡਮ ਅਭਿਸ਼ੇਕ ਗੱਲ ਕਰ ਰਹੇ ਹਾਂ ਜੀ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਡਮ ਮੈਂ ਵਿਦੇਸ਼ ਜਾਣ ਬਾਰੇ ਪੁੱਛਣਾ ਚਾਹੁੰਦਾ ਜੀ। ਕਿਹੜੀ ਕੰਟਰੀ ਜਾਣਾ ਚਾਹੁੰਦੇ ਹੋ ਔਰ ਆਪਣੀ ਪ੍ਰੋਫਾਈਲ ਦੱਸ ਦਿਓ ਸਾਨੂੰ। ਮੈਡਮ ਮੇਰੇ +2 ਹੋਈ ਹੈ 2018 ਚ। ਹਾਂਜੀ। ਮੇਰੇ 5.5 ਓਵਰਆਲ ਹੈ, 1 ਚ 5 ਹੈ। ਅੱਛਾ ਜੀ। ਮੈਂ ਸਰ ਤੋਂ ਇਹ ਸਵਾਲ ਪੁੱਛਣਾ ਚਾਹੁੰਦਾ, ਮੇਰਾ ਕਿਹੜੀ ਕੰਟਰੀ ਹੋ ਸਕਦਾ ਹੈ ਜਿੱਥੇ ਮੇਰਾ ਵੀਜ਼ਾ ਆ ਜੇ ਤੇ ਪੈਸੇ ਦਾ ਲਾਸ ਨਾ ਹੋਵੇ? ਜੀ ਬਿਲਕੁਲ। ਅਭਿਸ਼ੇਕ 18 ਤੋਂ ਬਾਅਦ ਕੀਤਾ ਕੁਝ ਤੁਸੀਂ? ਸਰ ਉਸ ਤੋਂ ਬਾਅਦ ਖੇਤੀਬਾੜੀ ਕਰੀ ਹੈ ਜੀ। ਓਕੇ, ਗ੍ਰੇਟ ਜੀ। ਅਭਿਸ਼ੇਕ ਐਕਚੁਅਲੀ ਕੀ ਹੈਗਾ ਇਹਦੇ ਵਿੱਚ, ਜੇ ਮੈਂ ਤੁਹਾਨੂੰ ਕੈਨੇਡਾ ਸੁਜੈਸਟ ਕਰਾਂ ਤਾਂ ਗਲਤ ਹੈਗਾ, ਠੀਕ ਹੈ। ਇਹਦੇ ਵਿੱਚ ਤੁਸੀਂ 2 ਕੰਟਰੀਆਂ ਨੂੰ ਆਰਾਮ ਨਾਲ ਲੈ ਸਕਦੇ ਹੋ, ਜੇ ਤੁਹਾਡੇ ਕੋਲ ਤੁਸੀਂ ਪ੍ਰੋਪਰਲੀ, ਜੇ ਤੁਸੀਂ ਦੱਸਿਆ ਖੇਤੀਬਾੜੀ ਕਰਦੇ ਹੋ, ਜੇ ਤੁਹਾਡੇ ਕੋਲ ਜੇ ਫਾਰਮ ਤੁਹਾਡੇ ਫਾਦਰ ਦੇ ਨਾਮ ਜਾਂ ਤੁਹਾਡੇ ਨਾਮ ਹੈਗੇ ਆ ਤਾਂ ਡੈਫੀਨੇਟਲੀ ਯੂ ਗੈਟ ਦਾ ਵੀਜ਼ਾ, ਤੁਹਾਡਾ ਵੀਜ਼ਾ ਆਊਗਾ। ਐਕਚੁਅਲੀ ਕੀ ਹੈਗਾ ਇਹਦੇ ਵਿੱਚ ਕੀ ਹੈ, ਮਾਇਨੇ ਰਖਾਊਗਾ ਕਿ ਬੱਚਾ ਜ਼ਿਆਦਾ ਸਟੱਡੀ ਦਾ ਗੈਪ ਨਹੀਂ ਹੈਗਾ। ਹੁਣ ਵਰਕ ਗੈਪ ਨੂੰ ਅਸੀਂ ਐਜ਼ ਇਹਦੇ ਫਾਦਰ ਦੇ ਨਾਲ ਕੋ ਹੈਲਪਰ ਯੂਟਿਲਾਈਜ਼ ਕਰ ਸਕਦੇ ਹਾਂ। ਹੁਣ ਐਕਚੁਅਲ ਜਦੋਂ ਗੱਲ ਆਉਂਦੀ ਨਾ ਖੇਤੀਬਾੜੀ ਦੀ, ਇਹਦੇ ਵਿੱਚ ਆਪਣੇ ਲੋਕਾਂ ਕੋ ਕੀ ਹੁੰਦਾ ਕਿ ਉਹਦਾ ਪੇਪਰ ਵਰਕ ਕੰਪਲੀਟ ਨਹੀਂ ਹੁੰਦਾ। ਜਿਵੇਂ ਮੈਂ ਗੱਲ ਕੀਤੀ ਹੈ ਜੇ ਫਾਰਮ ਦੀ, ਜੇ ਤੁਹਾਡੇ ਕੋਲ ਜੇ ਫਾਰਮ ਹੈਗੇ ਆ, ਤੁਸੀਂ ਪਾਰਟਿਕੂਲਰ ਇੱਕ ਅੱਛਾ ਟ੍ਰੇਡ ਕਲਾਸ ਦਾ ਪ੍ਰੋਗਰਾਮ ਲੈ ਕੇ ਵੀ ਆਸਟ੍ਰੇਲੀਆ ਦਾ ਅਪਲਾਈ ਕਰ ਸਕਦੇ ਹੋ, UK ਅਪਲਾਈ ਕਰ ਸਕਦੇ ਹੋ, ਉਹ ਆਰਾਮ ਦੇ ਨਾਲ। ਔਰ ਦੂਸਰੀ ਚੀਜ਼ ਇਹਦੇ ਵਿੱਚ ਮਾਇਨੇ ਰਖਾਊਗੀ ਕਿ ਤੁਸੀਂ ਜਿਹੜੀ ਤੁਹਾਡੀ ਕੋਰਸ ਦੀ ਸਪੈਸ਼ਲਾਈਜੇਸ਼ਨ ਹੈ, ਅਕੋਰਡਿੰਗ ਟੂ ਯੂਅਰ ਤੁਸੀਂ ਸਟੱਡੀ ਗੈਪ ਦਿੱਤੀ ਹੈ ਜਾਂ ਅਕੋਰਡਿੰਗ ਟੂ ਯੂਅਰ ਵਰਕ ਗੈਪ ਦਿੱਤੀ ਹੈ, ਬਿਕੋਜ਼ ਇਹ ਚੀਜ਼ ਮਾਇਨੇ ਕਲੀਅਰ ਹੋਏਗੀ, ਡੈਫੀਨੇਟਲੀ ਯੂ ਗੈਟ ਦਾ ਵੀਜ਼ਾ। ਜੀ ਬਿਲਕੁਲ। ਤੇ ਬਾਕੀ ਦਰਸ਼ਕਾਂ ਨੂੰ ਵੀ ਕਹਿਣਾ ਚਾਹਾਂਗੇ, ਜੇਕਰ ਤੁਹਾਡੇ ਮਨ ਵਿੱਚ ਵੀ ਕੋਈ ਸਵਾਲ ਹੋਵੇ ਆਪਣੀ ਪ੍ਰੋਫਾਈਲ ਨੂੰ ਲੈ ਕੇ, ਜਾਂ ਫਿਰ ਕਿਸੇ ਕੰਟਰੀ ਦੀ ਖਾਸ ਚੀਜ਼, ਕਿਸੇ ਖਾਸ ਕੋਰਸ ਬਾਰੇ ਜਾਣਨਾ ਚਾਹ ਰਹੇ ਹੋ, ਤਾਂ ਤੁਸੀਂ ਜ਼ਰੂਰ ਸ਼ੋਅ ਦੇ ਦੌਰਾਨ ਤਾਂ ਕਾਲ ਕਰ ਹੀ ਸਕਦੇ ਹੋ। ਲੇਕਿਨ ਕਈ ਵਾਰੀ ਕੁਝ ਸਟੂਡੈਂਟਸ ਜਾਂ ਦਰਸ਼ਕ ਜੋ ਹੈ ਸ਼ੋਅ ਦੇ ਦੌਰਾਨ ਆਪਣੀ ਪ੍ਰੋਫਾਈਲ ਡਿਸਕਸ ਨਹੀਂ ਕਰਨਾ ਚਾਹੁੰਦੇ, ਤਾਂ ਤੁਸੀਂ ਸ਼ੋਅ ਤੋਂ ਬਾਅਦ ਵੀ ਸੇਮ ਨੰਬਰਸ ਜੋ ਡਿਸਪਲੇ ਹੋ ਰਹੇ ਨੇ ਸਕਰੀਨ ਤੇ, ਇਹਨਾਂ ਉੱਪਰ ਕਾਲ ਕਰਕੇ ਜੋ ਹੈ ਸਲਾਹ ਲੈ ਸਕਦੇ ਹੋ। ਤੇ ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ SS ਮੋਹਾਲੀ ਆਫਿਸ, ਤਾਂ ਸੈਕਟਰ 3B2 ਮੋਹਾਲੀ ਵਿੱਚ ਇਹਨਾਂ ਦਾ ਆਫਿਸ ਹੈ। ਤੁਸੀਂ ਜਦੋਂ ਮਰਜ਼ੀ ਇੱਥੇ ਕਾਲ ਕਰਕੇ ਟਾਈਮ ਲੈ ਕੇ ਇੱਥੇ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰ ਸਕਦੇ ਹੋ। ਜੀ ਇੱਥੇ ਮੈਂ ਜ਼ਰੂਰ ਜਾਣਨਾ ਚਾਹੂੰਗੀ, ਲਾਈਕ ਮੈਂ ਤੁਹਾਡੇ ਕੋਲ ਕਈ ਤਰ੍ਹਾਂ ਦੇ ਸਟੂਡੈਂਟਸ ਹਰ ਰੋਜ਼ ਪਹੁੰਚਦੇ ਨੇ, ਹੈ ਨਾ, ਕਾਉਂਸਲਿੰਗ ਲੈਂਦੇ ਨੇ ਤੁਹਾਡੇ ਕੋਲ। ਕਿਸ ਤਰ੍ਹਾਂ ਦੀ ਹਲੇ ਵੀ ਜੋ ਸਟੂਡੈਂਟਸ ਨੇ ਚੀਜ਼ਾਂ ਤੋਂ ਜਾਣੂ ਨਹੀਂ ਹੈ, ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਕਿਸ ਤਰੀਕੇ ਨਾਲ ਕੰਮ ਚੱਲ ਰਿਹਾ ਉਹਨਾਂ ਦੀ ਫਾਈਲ ਤੇ। ਦੇਖੋ ਐਕਚੁਅਲੀ ਨਾ ਅੱਜ ਦੇ ਟਾਈਮ ਜਦੋਂ ਬੱਚਾ ਆਉਂਦਾ ਨਾ, ਸਪੈਸ਼ਲੀ ਜਿਹਦੇ ਦਾ 6 ਈਚ ਹੈ, ਉਹਨੂੰ ਹੁੰਦਾ ਕਿ ਡੈਫੀਨੇਟਲੀ ਮੇਰਾ ਵੀਜ਼ਾ ਆਊਗਾ ਹੀ ਆਊਗਾ। ਹੁਣ ਜਿਹਦੇ 1 ਚੋਂ 5.5 ਹੁੰਦੇ, ਉਹ ਟੈਨਸ਼ਨ ਚ ਹੁੰਦਾ ਕਿ ਯਾਰ ਕਿਹੜੀ ਕੰਟਰੀ ਕਰਾਂ। ਜੇ 1 ਚੋਂ 5.5 ਉਹ ਸੋਚੂਗਾ ਨਹੀਂ ਯਾਰ ਮੈਂ ਆਸਟ੍ਰੇਲੀਆ ਕਰ ਲੈਣਾ, ਮੈਂ ਕੈਨੇਡਾ ਰਹਿਣ ਦੇਣਾ, ਮੈਂ UK ਕਰਨਾ। ਸੋ ਇਹ ਚੀਜ਼ਾਂ ਦੇ ਨਾਲ ਥੋੜਾ ਜਿਹਾ ਆਪਾਂ ਨੂੰ ਕੰਪਰੋਮਾਈਜ਼ ਕਰਨਾ ਪਊਗਾ ਕਿ ਜੋ ਚੀਜ਼ ਕਲੀਅਰ ਹੋਏਗੀ ਉਹਦੇ ਨਾਲ ਹੀ ਆਪਾਂ ਨੂੰ ਜ਼ਿਆਦਾ ਫਾਇਦਾ ਹੈ। ਜੀ। ਸੋ ਅਗਲੇ ਕਾਲਰ ਵੀ ਸਾਡੇ ਨਾਲ ਲਾਈਨ ਤੇ ਜੁੜ ਗਏ ਨੇ। ਹੈਲੋ ਹੈਲੋ
ਆਈ ਥਿੰਕ ਸਾਡੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚ ਪਾ ਰਹੀ ਹੈ, ਸੋ ਦਰਸ਼ਕਾਂ ਨੂੰ ਜ਼ਰੂਰ ਕਹਿਣਾ ਚਾਹਾਂਗੇ ਕਿ ਜਦੋਂ ਤੁਸੀਂ ਕਾਲ ਕਰਦੇ ਹੋ ਤਾਂ ਜ਼ਰੂਰ ਜੋ ਹੈ ਨੈਟਵਰਕ ਏਰੀਆ ਵਿੱਚ ਆ ਕੇ ਕਾਲ ਕਰਿਆ ਕਰੋ ਤਾਂ ਕਿ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਾ ਤੁਹਾਨੂੰ ਆਵੇ ਨਾ ਸਾਨੂੰ ਸ਼ੋਅ ਦੇ ਦੌਰਾਨ, ਕਿਉਂਕਿ ਕਈ ਦਰਸ਼ਕ ਜੋ ਹੈ ਲਗਾਤਾਰ ਜੁੜਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ, ਗੱਲਾਂ ਵੀ ਅਸੀਂ ਖਾਸ ਕਰ ਰਹੇ ਹੁੰਦੇ ਹਾਂ, ਕਈ ਵਾਰੀ ਸਾਰੀ ਕਾਲਸ ਅਸੀਂ ਅਟੈਂਡ ਵੀ ਨਹੀਂ ਕਰ ਪਾਉਂਦੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਗੱਲ ਕਰ ਰਹੀ ਹਾਂ ਮੈਂ ਮੋਗਾ ਤੋਂ। ਹਾਂਜੀ, ਕੀ ਸਵਾਲ ਹੈ? ਮੈਮ ਕੈਨੇਡਾ ਦੇ ਸਟੱਡੀ ਵੀਜ਼ਾ ਲਈ ਪੁੱਛਣਾ ਸੀਗਾ। ਆਪਣੀ ਪ੍ਰੋਫਾਈਲ ਦੱਸ ਦਿਓ ਸਾਨੂੰ। ਬੀਕਾਮ ਕਰੀ ਹੈ ਜੀ। ਕਿਹੜੇ ਈਅਰ ਵਿੱਚ ਕੀਤੀ ਹੈ? 2017 17 ਵਿੱਚ। ਓਕੇ, ਕੀ ਪਰਸੈਂਟੇਜ ਹੈ ਤੁਹਾਡੀ? 78 78 ਤੇ ਆਇਲਸ ਕਲੀਅਰ ਕੀਤਾ ਹੋਇਆ ਤੁਸੀਂ? ਯੈਸ ਮੈਮ 6 ਇੰਚ ਮੈਮ ਸੀ ਬਟ ਮੇਰੀ ਕੈਨੇਡਾ ਤੋਂ ਹੀ ਇੱਕ ਵਾਰੀ ਰਿਫਿਊਜ਼ਲ ਹੈ ਮੈਮ। ਕੈਨੇਡਾ ਰਿਫਿਊਜ਼ ਕਿਸ ਕਾਲਜ ਤੋਂ ਰਿਫਿਊਜ਼ ਹੋ ਮਨਪ੍ਰੀਤ ਤੁਸੀਂ? ਹਾਂਜੀ ਕਿਸ ਕਾਲਜ ਤੋਂ ਰਿਫਿਊਜ਼ ਹੋ ਤੁਸੀਂ? ਸਰ ਮੌਂਟਰੀਅਲ ਸਾਈਡ ਨਹੀਂ, ਕਾਲਜ ਦਾ ਨਾਮ ਗੁੜੀਆ ਕੁਝ ਹੋਏਗਾ? ਮੈਟ੍ਰਿਕਸ ਮੈਟ੍ਰਿਕਸ। ਅੱਛਾ, ਤੁਸੀਂ 17 ਤੋਂ ਬਾਅਦ ਅੱਗੇ ਕੋਈ ਗੈਪ ਦੀ ਜਸਟੀਫਿਕੇਸ਼ਨ ਦਿੱਤੀ ਸੀ ਕੁਝ ਤੁਸੀਂ? ਹਾਂਜੀ ਐਕਚੁਅਲੀ ਦੇਖੋ 17 ਤੋਂ ਲੈ ਕੇ ਮਤਲਬ 19 ਦੇ ਐਂਡ ਤੱਕ ਦਸੰਬਰ ਤੱਕ ਮੇਰੇ ਕੋਲ ਜੈਨੂਅਨ ਹੈਗਾ ਸੀਗਾ ਵਰਕ ਐਕਸਪੀਰੀਅੰਸ। ਓਕੇ, ਤੁਸੀਂ ਰਿਫਿਊਜ਼ ਕਦੋਂ ਹੋਏ ਹੋ ਤੁਸੀਂ? ਕੁਝ ਸ਼ੋ ਕੀਤਾ। ਰਿਫਿਊਜ਼ ਕਦੋਂ ਹੋਏ ਮਨਪ੍ਰੀਤ ਤੁਸੀਂ? ਹਾਂਜੀ ਇਸੇ ਸਾਲ ਹੀ ਸਰ। ਇਸੇ ਸਾਲ ਹੀ। ਓਕੇ, ਜੀ ਹੁਣ ਦੇਖੋ ਐਕਚੁਅਲੀ ਹਾਂ ਹੁਣ ਦੇਖੋ ਐਕਚੁਅਲੀ ਕੀ ਹੈਗਾ ਕਿ ਜਿਵੇਂ ਮਨਪ੍ਰੀਤ ਦੀ ਪ੍ਰੋਫਾਈਲ ਹੈ ਬੀਕਾਮ 17 ਜੀ। 78 6 ਜੋ ਜੀ। ਆਪਾਂ ਸ਼ੋਅ ਦੇ ਵਿੱਚ ਪਹਿਲਾ ਟੌਪਿਕ ਬਿਲਕੁਲ, ਰੱਖਿਆ ਸੀ ਕਿ ਬਿਲਕੁਲ। ਐਸਡੀਐਸ ਨੋਨ ਐਸਡੀਐਸ ਬਿਲਕੁਲ। ਵਿੱਚ ਕਰੈਕਸ ਕੀ ਹੈ। ਜੀ, ਜੀ, ਹੁਣ ਜੀ। ਦੇਖੋ ਕਿ 6 ਚ ਲੈ ਕੇ ਵੀ ਬੱਚਾ ਰਿਫਿਊਜ਼ ਹੋ ਗਿਆ। ਹਾਂ। ਹੁਣ ਐਕਚੁਅਲੀ ਇਹਦੇ ਵਿੱਚ ਮੈਂ ਬੱਚੇ ਦੀ ਵੀ ਥੋੜੀ ਗਲਤੀ ਕੱਢਦਾ ਔਰ ਥੋੜੀ ਏਜੰਟ ਦੀ ਵੀ ਕੱਢਦਾ। ਜੀ। ਹੁਣ ਐਕਚੁਅਲ ਚ ਕੀ ਹੈ ਜਦੋਂ ਗੱਲ ਕਰੀ ਨਾ ਮੌਂਟਰੀਅਲ, ਜ਼ਿਆਦਾਤਰ ਅਸੀਂ ਮੌਂਟਰੀਅਲ ਕਿਉਂ ਚੂਜ਼ ਕਰਦੇ ਆ ਬਿਕੋਜ਼ ਮੌਂਟਰੀਅਲ ਦਾ ਜਿਹੜਾ ਫਾਈਨੈਂਸ਼ੀਅਲੀ ਕਹਿ ਲੋ ਕਿ ਜਿਹੜਾ ਫੀਸ ਸਟਰਕਚਰ ਹੈ ਕੰਪੈਰੀਜ਼ਨ ਲੈਵਲ ਟੂ ਦਾ ਅਦਰ ਪ੍ਰੋਵਿੰਸ ਘੱਟ ਹੈਗਾ। ਜੀ, ਜੀ, ਜੀ। ਇਸ ਕਰਕੇ ਅਸੀਂ ਮੌਂਟਰੀਅਲ ਨੂੰ ਅਪਰੋਚ ਕਰ ਲੈਂਦੇ ਹਾਂ ਕਿ ਯਾਰ ਜਿੱਥੇ ਸਾਡਾ 15-16 ਲੱਖ ਦਾ ਖਰਚਾ ਹੋਣਾ ਇਹਦੇ ਵਿੱਚ ਹਾਰਡਲੀ ਆਪਣਾ ਸਿਰਫ 12-13 ਲੱਖ ਦਾ ਖਰਚਾ ਹੋਊਗਾ। ਜੀ। ਅਸੀਂ ਉਹ 2-3 ਲੱਖ ਰੁਪਇਆ ਬਚਾਉਣ ਦੇ ਖਾਤਰ ਬੱਚੇ ਦੀ ਇੱਕ ਵਾਰੀ ਰਿਫਿਊਜ਼ਲ ਲੈ ਲਈ ਹੈ। ਨੋ ਡਾਊਟ ਇਹ ਨਹੀਂ ਕਹਿੰਦਾ ਕਿ ਮੌਂਟਰੀਅਲ ਦੇ ਵੀਜ਼ਾ ਨਹੀਂ ਆਉਂਦੇ, ਪਰ ਜਿਹੜੀ ਪ੍ਰੋਫਾਈਲ ਹੈਗੀ ਹੈ ਬੀਕਾਮ ਹੈ ਗ੍ਰੈਜੂਏਟ ਤੋਂ ਬਾਅਦ 6 ਸੀ ਚ ਹੈਗੇ ਆ, ਇਹਨਾਂ ਨੂੰ ਅੱਛੀ ਪ੍ਰੋਵਿੰਸ ਵੀ ਵੈਲਕਮ ਕਰ ਰਹੀ ਹੈ, ਅੱਛੇ ਕਾਲਜ ਵੀ ਇਹਨਾਂ ਨੂੰ ਵੈਲਕਮ ਕਰ ਰਹੇ ਆ। ਐਕਚੁਅਲੀ ਕੀ ਹੁੰਦਾ ਮੈਂ ਡਿਪੈਂਡ ਕਰਦਾ ਹੈ ਕਿ ਦੇਖੋ ਇਕੱਲਾ ਇਹ ਨਹੀਂ ਹੈਗਾ ਕਿ ਤੁਸੀਂ 6 ਸੀ ਚ ਲੱਲੀ ਹੈ ਕਿ ਤੁਸੀਂ ਯਾਰ ਕੈਨੇਡਾ ਦੇ ਜਿਹੜੇ ਮਰਜ਼ੀ ਕੋਨੇ 'ਚ ਫਾਈਲ ਲਗਾ ਦਿਓ ਤੇ ਵੀਜ਼ਾ ਆਊਗਾ। ਉਹ ਡਿਪੈਂਡ ਕਰੂਗਾ ਕਿ ਤੁਹਾਡੀ ਲੈਵਲ ਆਫ ਦਾ ਸਟੱਡੀ, ਲੈਵਲ ਆਫ ਯੂਰ ਕ੍ਰੈਡਿਟ। ਵੀਜ਼ਾ ਆਫੀਸਰ ਕੱਲਾ ਤਾਂ ਟੈਕਨੀਕਲ ਇਹ ਨਹੀਂ ਦੇਖਦਾ ਨਾ ਕਿ ਤੁਹਾਡੇ ਕੋਰਸ ਦੀ ਰੈਲੀਵੈਂਸੀ ਹੈਗੀ ਆ, ਚਾਹੇ ਤੁਸੀਂ ਰੀਜਨਲ ਏਰੀਆ 'ਚ ਐਡਮਿਸ਼ਨ ਲੈ ਰਹੇ ਹੋ ਅਟਲਾਂਟਿਕ ਏਰੀਆ 'ਚ ਲੈ ਰਹੇ ਹੋ ਵੀਜ਼ਾ ਮਿਲ ਜੂਗਾ ਨੈਵਰ। ਉਹਨੇ ਤੁਹਾਡਾ ਇਹ ਵੇਖਣਾ ਹੈ ਕਿ ਤੁਹਾਡੇ ਜਿਹੜੇ ਕੋਰਸ ਸਬਜੈਕਟਸ ਦੇ ਕ੍ਰੈਡਿਟ ਹੈਗੇ ਆ, ਫਰਦਰ ਜਿਹੜਾ ਤੁਸੀਂ ਸਟੱਡੀ ਚੂਜ਼ ਕੀਤੀ ਹੈ ਉਹਦੇ ਵਿੱਚ ਤੁਸੀਂ ਐਸਓਪੀ ਦੇ ਵਿੱਚ ਵੀਜ਼ਾ ਆਫੀਸਰ ਨੂੰ ਕਿੰਨਾ ਕੁ ਪ੍ਰੈਸ਼ਰਾਈਜ਼ ਕਰ ਰਹੇ ਹੋ ਕਿ ਤੁਸੀਂ ਸਾਨੂੰ ਵੀਜ਼ਾ ਦੋ ਹੀ ਦੋ। ਜੀ 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 ਸੋ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ। ਬਾਕੀ ਮਨਪ੍ਰੀਤ ਤੁਸੀਂ ਇੱਕ ਵਾਰੀ ਆਪਣੇ ਰਿਫਿਊਜ਼ਲ ਲੈਟਰ ਦੇ ਨਾਲ ਪਲੱਸ ਆਪਣੇ ਡਾਕੂਮੈਂਟਸ ਦੇ ਨਾਲ ਮੇਰੇ ਆਫਿਸ ਵਿਜ਼ਿਟ ਕਰੋ। ਟੈਕਨੀਕਲੀ ਅਸੈਸਮੈਂਟ ਤੋਂ ਬਾਅਦ ਤੁਹਾਨੂੰ ਅਸੀਂ ਕਲੀਅਰ ਕਰਾਂਗੇ ਕਿ ਤੁਹਾਡਾ ਐਗਜ਼ੈਕਟ ਕੀ ਹੋ ਸਕਦਾ। ਜੀ ਬਿਲਕੁਲ, ਜਿਵੇਂ ਇਹਨਾਂ ਦੀ ਪ੍ਰੋਫਾਈਲ ਹੈ 2017 ਵਿੱਚ ਇਹਨਾਂ ਨੇ ਬੀਕਾਮ ਕੀਤੀ ਹੈ, ਇਹ ਵੀ ਹੋ ਸਕਦਾ ਹੈ ਕਿ ਜੋ ਗੈਪ ਹੈ ਸਹੀ ਤਰੀਕੇ ਨਾਲ ਜਸਟੀਫਾਈ ਨਹੀਂ ਹੋਇਆ। ਬਿਲਕੁਲ ਡਿਪੈਂਡ ਕਰਦਾ ਤੇ ਹੁਣ ਤੁਸੀਂ ਚਲੋ ਮੈਂ ਅਗਲਾ ਸਵਾਲ ਬਾਅਦ ਚ ਕਰਦੀ ਹਾਂ, ਸਾਡੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਗੁੱਡ ਮਾਰਨਿੰਗ ਮੈਮ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਮੈਂ ਆਕਾਸ਼ ਗੱਲ ਕਰ ਰਿਹਾ। ਹਾਂਜੀ, ਕੀ ਸਵਾਲ ਹੈ? ਮੈਂ ਆਸਟ੍ਰੇਲੀਆ ਦੇ ਸਪਾਊਸ ਕੇਸ ਲਈ ਜਾਣਕਾਰੀ ਲੈਣਾ ਚਾਹੁੰਦਾ ਹਾਂ। ਓਕੇ, ਆਪਣੀ ਪ੍ਰੋਫਾਈਲ ਦੱਸ ਦਿਓ। ਜਿਹੜਾ ਮੇਰੀ ਵਾਈਫ ਦੀ ਹਲੇ ਪੀਟੀ ਦਾ ਸਕੋਰ ਆਇਆ ਹੈ 52 ਓਵਰਆਲ। ਅੱਛਾ ਜੀ। ਹਾਂਜੀ, ਤੇ ਉਹਨਾਂ ਨੇ ਡਿਪਲੋਮਾ ਕੀਤਾ ਹੈ ਜੀਐਨਐਮ ਦਾ, ਉਹ ਤੋਂ ਬਾਅਦ 3 ਸਾਲ ਦਾ ਐਕਸਪੀਰੀਅੰਸ ਹੈ ਉਹਨਾਂ ਨੂੰ 2018 ਤੋਂ। ਜੀ 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 ਠੀਕ ਹੈ। ਹਾਂਜੀ, ਤੇ ਤੁਹਾਡੀ ਕੀ ਆਕਾਸ਼ ਕੀ ਕੁਆਲੀਫਿਕੇਸ਼ਨ ਹੈ ਤੁਹਾਡੀ? ਸਰ ਮੇਰੀ ਵਾਈਫ ਦੀ ਪ੍ਰੋਫਾਈਲ ਹੈਗੀ ਹੈ ਜੀਐਨਐਮ ਕੀਤੀ ਹੋਈ ਹੈ 2017 ਦੇ ਵਿੱਚ। ਆਕਾਸ਼ ਤੁਹਾਡੀ ਆਪਣੀ ਕੀ ਪ੍ਰੋਫਾਈਲ ਹੈ, ਤੁਸੀਂ ਕਿੰਨਾ ਪੜ੍ਹੇ ਹੋ ਤੁਸੀਂ ਖੁਦ ਆਪ? ਸਰ ਮੈਂ ਆਈਟੀਆਈ ਕੀਤੀ ਹੋਈ ਹੈ ਆਫਟਰ 12। ਓਕੇ ਗ੍ਰੇਟ। ਐਕਚੁਅਲੀ ਹੁਣ ਨਾ ਮੈਂ ਇਸ ਚੀਜ਼ ਨੂੰ ਕਿਉਂ ਕਨਫਰਮ ਕਰ ਰਿਹਾ, ਐਕਚੁਅਲੀ ਨਾ ਸਾਨੂੰ ਪਤਾ ਹੀ ਨਹੀਂ ਹੈਗਾ ਯਾਰ ਕਿ ਸਾਡੀ ਉਸ ਕੰਟਰੀ ਦਾ ਸਪਾਊਸ ਦੀ ਐਲੀਜੀਬਿਲਟੀ ਕੀ ਹੈ। ਬਿਲਕੁਲ ਬਿਲਕੁਲ। ਕਈ ਵਾਰੀ ਬੱਚੇ ਆਉਂਦੇ ਯਾਰ ਅਸੀਂ ਉਸ ਏਜੰਟ ਕੋ ਗਏ ਸੀ, ਕੁੜੀ +2 ਹੈ ਬੱਚਾ 8ਵੀਂ ਫੇਲ ਹੈ, ਉਹਦਾ ਪ੍ਰਾਇਮਰੀ ਐਪਲੀਕੈਂਟ, ਤੁਹਾਨੂੰ ਸਪਾਊਸ ਦਾ ਗਾਈਡ ਕੀਤਾ ਹੋਇਆ। ਜੀ 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 ਉਹ ਯਾਰ ਅਸੀਂ ਉਸ ਚੀਜ਼ ਨੂੰ ਸਮਝੀਏ ਯਾਰ, ਆਸਟ੍ਰੇਲੀਆ ਨੇ ਵੱਡਾ ਲਿਖ ਕੇ ਦਿੱਤਾ ਹੋਇਆ ਜੇ ਤੁਸੀਂ ਸਪਾਊਸ ਦੇ ਨਾਲ ਟਰੈਵਲ ਕਰਨਾ ਹੈ ਬੋਥ ਸ਼ੁੱਡ ਬੀ ਅ ਗ੍ਰੈਜੂਏਟ। ਬਿਲਕੁਲ ਬਿਲਕੁਲ। ਤੁਸੀਂ ਗ੍ਰੈਜੂਏਟ ਹੋਵੋਗੇ ਦੈਨ ਉਹ ਤੁਹਾਨੂੰ ਕੰਟਰੀ ਉਸ ਕੈਟਾਗਰੀ 'ਚ ਲੋ ਕਰੂਗੀ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਹੈਲੋ
ਬਿਲਕੁਲ ਉਹੀ ਗੱਲ ਹੈ ਕਿ ਕਈ ਵਾਰੀ ਕੁਝ ਸਟੂਡੈਂਟਸ ਜੋ ਹੈ ਅਲੱਗ-ਅਲੱਗ ਕੰਟਰੀਜ਼ ਦੀ ਜਾਣਕਾਰੀ ਨੂੰ ਇਨਫੋਰਮੇਸ਼ਨ ਨੂੰ ਮਿਕਸ ਕਰ ਲੈਂਦੇ ਨੇ ਤੇ ਫਿਰ ਉਸ ਕਰਕੇ ਜੋ ਹੈ ਤੁਸੀਂ ਅਵੇਅਰ ਨਹੀਂ ਹੋ ਪਾਉਂਦੇ ਹੋ ਕਿ ਤੁਹਾਡੀ ਪ੍ਰੋਫਾਈਲ ਦੇ ਲਈ ਢੁਕਵੀਂ ਕੀ ਚੀਜ਼ ਹੈ, ਤੁਸੀਂ ਉਹਦੇ ਵਿੱਚ ਐਲੀਜੀਬਲ ਹੋ ਕਿ ਨਹੀਂ ਹੋ। ਆਸਟ੍ਰੇਲੀਆ ਦੀ ਹਮੇਸ਼ਾ ਹੀ ਗੱਲ ਹੁੰਦੀ ਹੈ ਕਿ ਵਾਕਈ ਜੋ ਸਪਾਊਸ ਵੀਜ਼ਾ ਹੈ ਤਾਂ ਗ੍ਰੈਜੂਏਟ ਦੋਨੋਂ ਹੋਣੇ ਚਾਹੀਦੇ ਨੇ, ਪਰ ਮੈਨੂੰ ਲੱਗਦਾ ਜਿਹੜੀ ਯੂਕੇ ਵਾਲੀ ਇਨਫੋਰਮੇਸ਼ਨ ਹੁੰਦੀ ਹੈ ਕਿ ਉਹ ਮੈਨੂੰ ਲੱਗਦਾ ਮਿਕਸ ਕਰ ਲੈਂਦੇ ਨੇ ਸਟੂਡੈਂਟਸ। ਬਿਲਕੁਲ ਬਿਲਕੁਲ ਐਕਚੁਅਲੀ ਕੀ ਹੈਗਾ ਨਾ, ਕਹਿੰਦੇ ਨਾ ਕਿ ਸਹੀ ਪਾਰਦਰਸ਼ੀ ਰਸਤਾ ਕੋਈ ਦੱਸ ਸਕਦਾ। ਮੈਂ ਇੱਕ ਚੀਜ਼ ਨਹੀਂ ਸਮਝਦਾ, ਅੱਜ ਦਾ ਟਾਈਮ ਤਾਂ ਡਿਜੀਟਲ ਹੈ ਯਾਰ, ਹਰ ਇੱਕ ਚੀਜ਼ ਤੁਹਾਨੂੰ ਨੈਟ ਤੇ ਅਵੇਲੇਬਲ ਹੈ। ਤੁਸੀਂ ਨੈਟ ਤੇ ਚੈੱਕ ਕਰੋ ਕਿ ਜੋ ਤੁਹਾਨੂੰ ਏਜੰਟ ਗਾਈਡ ਕਰ ਰਿਹਾ ਹੈ ਕਿ ਐਕਚੁਅਲ ਦੇ ਵਿੱਚ ਉਹ ਚੀਜ਼ ਐਗਜ਼ਿਸਟ ਕਰ ਰਹੀ ਹੈ ਜਾਂ ਨਹੀਂ ਕਰ ਰਹੀ। ਜੀ ਬਿਲਕੁਲ, ਬਹੁਤ ਚੀਜ਼ਾਂ ਮੈਟਰ ਅਪ ਕਰਦੀਆਂ। ਹੁਣ ਮੈਂ ਦੱਸਦਾ ਕਿ ਬਈ ਇਹ ਚੀਜ਼ ਹੈ, ਅੱਗੇ ਖੂਹ ਜਾਣ ਕੇ ਛਾਲ ਨਹੀਂ ਮਾਰ ਸਕਦਾ ਮੈਂ। ਹੁਣ ਆਸਟ੍ਰੇਲੀਆ ਦੀ ਜਿੱਦਾਂ ਹੁਣ ਇਹਨਾਂ ਨੇ ਕਿਹਾ ਕਿ ਸਪਾਊਸ ਦਾ ਕਰਨਾ, ਹੁਣ ਇਹਨਾਂ ਦੇ ਦਿਮਾਗ 'ਚ ਕਿਤੇ ਨਾ ਕਿਤੇ ਪੁਆਇੰਟ ਹੈਗਾ ਕਿ ਯਾਰ ਆਫਟਰ ਡਿਪਲੋਮਾ ਆਫਟਰ +2 ਸਪਾਊਸ ਜਾ ਸਕਦਾ, ਨੈਵਰ, ਉਹਦੇ 'ਚ ਨਹੀਂ ਜਾ ਸਕਦਾ। ਇਹਦੇ ਲਈ ਤੁਸੀਂ ਗ੍ਰੈਜੂਏਟ ਕਰੋ। ਹਾਂ ਮੀਨਵਾਈਲ ਇਹਦੇ ਵਿੱਚ ਜੇ ਤੁਸੀਂ ਤੁਹਾਡੀ ਇੱਕ ਨਾ ਸਟਿਕ ਟੂ ਕੰਟਰੀ ਹੈ ਕਿ ਤੁਸੀਂ ਜਾਣਾ ਹੈ ਆਸਟ੍ਰੇਲੀਆ, ਫਸਟਲੀ ਤੁਸੀਂ ਆਪਣੀ ਮਿਸਿਸ ਨੂੰ ਟਰੈਵਲ ਕਰਾਓ। ਆਫਟਰ ਦੈਟ ਜਦੋਂ ਦਾ ਇੱਕ ਸਮੈਸਟਰ ਕੰਪਲੀਟ ਹੋ ਜਾਊਗਾ ਤੁਹਾਨੂੰ ਉਹ ਸਪਾਂਸਰ ਭੇਜੂਗੀ ਤੇ ਤੁਹਾਨੂੰ ਪਹਿਲੇ ਵਿਜ਼ਟਰ ਵੀਜ਼ਾ ਤੇ ਬੁਲਾਣਗੇ, ਤੁਹਾਨੂੰ ਇੱਕ ਵਾਰ ਇੰਡੀਆ ਵਾਪਿਸ ਆਣਾ ਪਊਗਾ। ਉਸ ਤੋਂ ਬਾਅਦ ਜਦੋਂ ਵਰਕ ਪਰਮਿਟ ਤੇ ਆਉਂਦੇ ਆ ਦੈਨ ਤੁਹਾਨੂੰ ਡਿਪੈਂਡੈਂਟ ਕੈਟਾਗਰੀ ਵਿੱਚ ਅਲੋ ਕਰ ਸਕਣਗੇ। ਔਰ ਦੂਸਰਾ ਜੇ ਤੁਹਾਨੂੰ ਇਹੀ ਹੈਗਾ ਕਿ ਤੁਸੀਂ ਸੇਮ ਡੇ ਹੀ ਜਾਣਾ ਹੈ, ਕਿ ਪਹਿਲੇ ਦਿਨ ਤੋਂ ਹੀ ਨਾਲ ਜਾਣਾ ਹੈ, ਤੁਸੀਂ ਸ਼ੈਨਿਗਨ ਸਾਈਡ ਅੱਛੀ ਕੰਟਰੀਜ਼ ਹੈਗੀਆਂ, ਤੁਸੀਂ ਉਹਨੂੰ ਅਪਰੋਚ ਕਰ ਸਕਦੇ ਹੋ, ਯੂਕੇ ਨੂੰ ਅਪਰੋਚ ਕਰ ਸਕਦੇ ਹੋ। ਹੇਅਰਸ ਅ ਨੰਬਰ ਆਫ ਕੰਟਰੀਜ਼। ਐਕਚੁਅਲ ਕੀ ਹੈਗਾ ਜੀ ਸਾਡੇ ਲੋਕਾਂ ਦਾ ਨਾ ਜਿਹੜਾ ਦਾਇਰਾ ਨਾ, ਆਪਾਂ ਸੋਚਦੇ ਹਾਂ ਯਾਰ ਸਿਰਫ 3 ਹੀ ਕੰਟਰੀਆਂ, ਆਸਟ੍ਰੇਲੀਆ ਔਰ ਕੈਨੇਡਾ। ਜੇ ਪਹਿਲੇ ਸਟਾਰਟਿੰਗ 'ਚ ਸੀ ਕਿ ਯਾਰ ਆਸਟ੍ਰੇਲੀਆ ਹੋ ਜਾਏ, ਕੈਨੇਡਾ ਹੋ ਜਾਏ, ਹੁਣ ਜਦੋਂ ਯੂਕੇ ਆ ਗਿਆ ਚਲੋ ਯਾਰ ਯੂਕੇ ਹੋ ਜਾਏ। ਆਪਾਂ ਦੇਖੀਏ ਕਿ ਇਹਨਾਂ ਕੰਟਰੀਆਂ ਤੋਂ ਬਾਹਰ ਵੀ ਹੇਅਰਸ ਗੁੱਡ ਆਪਸ਼ਨਸ ਇਨ ਦਾ ਸ਼ੈਨਿਗਨਸ। ਸ਼ੈਨਿਗਨ ਸਾਈਡ ਇੰਨੀਆਂ ਯੂਰੋਪੀਅਨ ਅੱਛੀ ਕੰਟਰੀਜ਼ ਹੈਗੀਆਂ ਜਿਹਦੇ ਵਿੱਚ ਅੱਛੀ ਅਰਨਿੰਗ ਹੈ। ਐਕਚੁਅਲੀ ਕੀ ਹੈ ਕਿ ਮੈਂ ਗੱਲ ਦੱਸ ਰਿਹਾ, ਸਾਡੇ ਕੋਲ ਡਿਪਲੋਮੈਟਸ ਆਏ ਪਿਛਲੇ ਹਫਤੇ ਹੀ, ਸ਼ੀ ਇਜ਼ ਫਰੋਮ ਕੈਨੇਡਾ। ਕੈਨੇਡਾ ਤੋਂ ਸੀ, ਉਹਨਾਂ ਨੇ ਆਪਣੇ ਬੇਟੇ ਨੂੰ ਕੈਨੇਡਾ ਤੋਂ ਛੱਡ ਕੇ ਜਿਹੜੀ ਸਟੱਡੀ ਦਾ ਪਲਾਨ ਕੀਤਾ ਸੀ ਉਹਨਾਂ ਨੂੰ ਫਿਨਲੈਂਡ 'ਚ ਸਟੱਡੀ ਕਰਵਾ ਰਹੇ ਆ। ਕਹਿ ਰਹੇ ਕਿ ਉੱਥੋਂ ਦੇ ਜਿਹੜੇ ਲਿਵਿੰਗ ਐਕਸਪੈਂਸ ਹੈ, ਬੱਚੇ ਦੀ ਅਰਨਿੰਗ ਅੱਛੀ ਹੈ। ਸੋ ਹੋਰ ਵੀ ਬੜੇ ਆਪਸ਼ਨਸ ਹੈਗੇ ਆ, ਜੇ ਆਪਾਂ ਟੈਕਨੀਕਲੀ ਅਸੈਟਸ ਦੇ ਨਾਲ ਸੈਟਲਮੈਂਟ ਦੇ ਆਪਸ਼ਨਾਂ ਦੇਖੀਏ ਤਾਂ ਬਹੁਤ ਜ਼ਿਆਦਾ ਆਪਸ਼ਨਸ ਆ। ਬਿਲਕੁਲ ਉਹੀ ਗੱਲ ਮੈਨੂੰ ਲੱਗਦਾ ਆ ਜਾਂਦੀ ਹੈ ਕਿ ਸਟੂਡੈਂਟਸ ਜਿਹੜੇ ਹੈ ਕੰਸਲਟੈਂਟਸ ਤੋਂ ਸੁਣ ਕੇ ਕਿ ਜਿਹੜੀ ਕੰਟਰੀ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਉਸੇ ਵੱਲ ਰੁਝਾਨ ਹੋ ਜਾਂਦਾ ਸਟੂਡੈਂਟਸ ਨੂੰ, ਬਲਕਿ ਅੱਜ ਦੀ ਡੇਟ ਵਿੱਚ ਚਾਹੀਦਾ, ਜਿਵੇਂ ਆਪਾਂ ਗੱਲ ਹਮੇਸ਼ਾ ਕਰਦੇ ਹਾਂ ਇੰਟਰਨੈਟ ਦਾ ਜ਼ਮਾਨਾ ਹੈ, ਸੋ ਸਭ ਕੁਝ ਆਨਲਾਈਨ ਅਵੇਲੇਬਲ ਹੁੰਦਾ, ਤੁਹਾਨੂੰ ਖੁਦ ਵੀ ਰਿਸਰਚ ਵਰਕ ਆਪਣੇ ਲਈ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਕਿ ਤੁਸੀਂ ਕਿਸੇ ਅੱਛੀ ਆਪਸ਼ਨ ਤੋਂ ਨਾ ਪਿੱਛੇ ਰਹਿ ਜਾਓ, ਕਿਉਂਕਿ ਜਿਵੇਂ ਦੀ ਤੁਹਾਡੀ ਪ੍ਰੋਫਾਈਲ ਹੈ ਉਸ ਦੇ ਅਕੋਰਡਿੰਗਲੀ ਤੁਸੀਂ ਸਰਚ ਕਰਦੇ ਹੋ ਤਾਂ ਤੁਹਾਨੂੰ ਕਈ ਚੀਜ਼ਾਂ ਦੀ ਜਾਣਕਾਰੀ ਆਨਲਾਈਨ ਵੀ ਜ਼ਰੂਰ ਹੋ ਜਾਂਦੀ ਹੈ। ਬਾਕੀ ਅਸੀਂ ਇਹ ਸ਼ੋਅ ਤਾਂ ਲੈ ਕੇ ਆਉਂਦੇ ਹੀ ਹਾਂ ਤੁਹਾਡੀ ਜਾਣਕਾਰੀ ਲਈ, ਅਵੇਅਰਨੈਸ ਦੇ ਲਈ, ਜਾਗਰੂਕਤਾ ਦੇ ਲਈ, ਤਾਂ ਕਿ ਤੁਹਾਨੂੰ ਹਰ ਇੱਕ ਪਹਿਲੂ ਤੁਹਾਡੇ ਸਾਹਮਣੇ ਰੱਖ ਦਈਏ ਜਿਸ ਦੇ ਨਾਲ ਤੁਸੀਂ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਹੀ ਤਰੀਕੇ ਨਾਲ ਸਾਕਾਰ ਕਰ ਸਕੋ। ਇੱਥੇ ਆਪਾਂ ਗੱਲ ਜ਼ਰੂਰ ਮੈਂ ਤੁਹਾਡੇ ਨਾਲ ਕਰਨਾ ਚਾਹੂੰਗੀ, ਅਗਰ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਲਈਏ, ਆਪਾਂ ਸਪਾਊਸ ਵੀਜ਼ਾ ਦੀ ਤਾਂ ਗੱਲ ਚਲੋ ਕਰ ਹੀ ਲਈ ਹੈ, ਪਰ ਕਮਿੰਗ ਇਨਟੇਕ ਦੀ ਵੀ ਗੱਲ ਮੈਂ ਜ਼ਰੂਰ ਕਰਨਾ ਚਾਹੂੰਗੀ ਕਿ ਹੁਣ ਸਟੂਡੈਂਟਸ ਕਿਹੜੇ ਇਨਟੇਕ ਲਈ ਅਪਲਾਈ ਕਰ ਸਕਦੇ ਨੇ, ਸੀਟਸ ਕਿਹੜੀਆਂ ਅਵੇਲੇਬਲ ਨੇ। ਜੇ ਮੈਂ ਪਾਰਟਿਕੂਲਰ ਗੱਲ ਕਰਾਂ ਆਸਟ੍ਰੇਲੀਆ ਦੀ, ਆਸਟ੍ਰੇਲੀਆ ਵਿੱਚ ਇਸ ਟਾਈਮ ਜੇ ਤੁਸੀਂ ਫੈਬ ਇਨਟੇਕ ਲੈ ਵੀ ਰਹੇ ਹੋ ਤਾਂ ਡੈਫੀਨਿਟਲੀ ਜੇ ਤੁਹਾਡਾ ਸਭ ਕੁਝ ਰੈਡੀ ਹੈ, ਫੰਡਸ ਵਗੈਰਾ ਰੈਡੀ ਹੈਗੇ ਆ, ਤਾਂ ਤੁਸੀਂ ਫੈਬ ਇਨਟੇਕ ਨੂੰ ਅਪਰੋਚ ਕਰ ਸਕਦੇ ਹੋ ਮੇ ਬੀ, ਕਿਉਂਕਿ ਐਕਚੁਅਲੀ ਕੀ ਹੈ ਤੁਸੀਂ ਆਪ ਦੇਖੋ ਕਿ ਦਸੰਬਰ ਦਾ ਲਾਸਟ ਆਫ ਦਾ ਦਸੰਬਰ ਹੋ ਗਿਆ, ਤੁਹਾਡਾ ਆਫਰ ਵੀ ਆਊਗਾ, ਡਾਕੂਮੈਂਟੇਸ਼ਨ ਵੀ ਰੈਡੀ ਕਰਨੀ ਹੈ, ਐਮਬੈਸੀ ਨੇ ਵੀ ਆਪਣਾ ਟਾਈਮ ਲੈਣਾ, ਸੋ ਫੈਬ ਇਨਟੇਕ 'ਚ ਇਸ ਟਾਈਮ ਐਪਲੀਕੇਸ਼ਨ ਲਾਉਣ ਦਾ ਕੋਈ ਫਾਇਦਾ ਨਹੀਂ। ਹਾਂ ਜੇ ਤਾਂ ਤੁਸੀਂ ਪਹਿਲੇ ਕਦਮ ਚੱਲ ਕੇ ਜਸਟ ਫਾਈਲ ਲਗਾਣੀ ਹੈ ਫਿਰ ਤਾਂ ਤੁਸੀਂ ਡੈਫੀਨਿਟਲੀ ਫਾਈਲ ਐਮਬੈਸੀ ਲਗਾਓ। ਐਕਚੁਅਲੀ ਇਸ ਤੋਂ ਬਾਅਦ ਜਿਹੜਾ ਇਨਟੇਕ ਆਊਗਾ ਉਹ ਅਪ੍ਰੈਲ ਮਈ ਵਾਲਾ ਆਊਗਾ, ਕਿਉਂਕਿ ਯੂਨੀਵਰਸਿਟੀ ਦੇ ਸੈਸ਼ਨਸ ਵਿੱਚੋਂ ਕੁਝ ਯੂਨੀਵਰਸਿਟੀ ਆਪਾਂ ਨੂੰ ਮਾਰਚ ਇਨਟੇਕ ਵੀ ਲੋ ਕਰ ਰਹੀਆਂ। ਐਕਚੁਅਲੀ ਕੀ ਹੈਗਾ ਕਿ ਇਸ ਟਾਈਮ ਤੁਸੀਂ ਇਹ ਵੇਖੋ, ਮੈਂ ਇੱਕ ਚੀਜ਼ ਦੱਸਦਾ, ਹੁਣ ਤੁਸੀਂ ਕਿਸੇ ਵੀ ਕੰਟਰੀ ਕਰ ਰਹੇ ਹੋ, ਚਾਹੇ ਕੈਨੇਡਾ ਕਰ ਰਹੇ ਹੋ, ਆਸਟ੍ਰੇਲੀਆ ਕਰ ਰਹੇ ਹੋ, ਯੂਕੇ ਕਰ ਰਹੇ ਹੋ, ਡੋਂਟ ਡਿਲੇ ਨਾ ਕਰੋ। ਐਕਚੁਅਲੀ ਥੋੜਾ ਜਿਹਾ ਇੱਕ ਇਸ ਟਾਈਮ ਹਾਲਾਤਾਂ ਦੇ ਨਾਲ ਕੰਪਰੋਮਾਈਜ਼ ਕਰੋ। ਐਕਚੁਅਲੀ ਕੀ ਹੈ, ਆਪਾਂ ਕਹਿੰਦੇ ਆ ਕਿ ਯਾਰ ਜਾਣਾ ਹੀ ਮੈਲਬਰਨ ਹੈ, ਜਾਣਾ ਹੀ ਮੈਂ ਲੰਡਨ ਹੈ, ਮੈਂ ਜਾਣਾ ਹੀ ਟੋਰਾਂਟੋ ਹੈ, ਇਸ ਚੀਜ਼ ਤੋਂ ਥੋੜਾ ਜਿਹਾ ਪਿੱਛੇ ਹਟੋ। ਐਕਚੁਅਲੀ ਕੀ ਹੈ, ਫਸਟਲੀ ਲੁੱਕ ਫॉर योर ਵੀਜ਼ਾ, ਕਿ ਯਾਰ ਤੁਹਾਡੀ ਪ੍ਰੋਫਾਈਲ ਦਾ ਵੀਜ਼ਾ ਨਿਕਲ ਕਿੱਥੋਂ ਰਿਹਾ, ਤੁਹਾਡੇ ਕੋਰਸ ਦੀ ਰੈਲੀਵੈਂਸੀ ਕਿੱਥੇ ਮੀਟ ਕਰ ਰਹੀ ਹੈ। ਹੁਣ ਕਈ ਬੱਚੇ ਆਉਂਦੇ ਆ, ਹੁਣ ਉਹਦੇ ਕੋਰਸ ਦੀ ਅਵੇਲੇਬਿਲਿਟੀ ਨਹੀਂ ਹੈਗੀ ਉਸ ਰੈਲੀਵੈਂਸੀ ਦੇ ਅਕੋਰਡਿੰਗ ਟੋਰਾਂਟੋ ਦੇ ਵਿੱਚ, ਨਹੀਂ ਸਾਨੂੰ ਕੋਈ ਹੋਰ ਕੋਰਸ ਦੇ ਦਿਓ ਜੀ, ਆਪਾਂ ਜਾਣਾ ਟੋਰਾਂਟੋ ਹੈ। ਯਾਰ ਬਾਈ ਜੀ ਪਹਿਲੇ ਵੀਜ਼ਾ ਲਵੋ, ਵੀਜ਼ਾ ਤਾਂ ਤੁਹਾਡੇ ਲਈ ਕੋਰਸ ਦੀ ਕਿਤਾਬਾਂ ਹੈ, ਨਹੀਂ ਵੀਜ਼ਾ ਤਾਂ ਦਿੱਲੀ 에ਅਰਪੋਰਟ ਵੀ ਦੂਰ ਹੈ। ਬਹੁਤ ਚੀਜ਼ਾਂ ਮੈਟਰ ਕਰਦੀਆਂ, ਸੋ ਹਾਲਾਤਾਂ ਦੇ ਨਾਲ ਕੰਪਰੋਮਾਈਜ਼ ਕਰਨਾ ਸਿੱਖੀਏ ਆਪਾਂ। ਜੀ ਬਿਲਕੁਲ, ਔਰ ਸਹੀ ਜਾਣਕਾਰੀ ਦੇ ਨਾਲ ਵੀ ਅੱਗੇ ਵਧਣਾ ਸਿੱਖੀਏ ਤਾਂ ਕਿ ਸਾਡੀ ਜੋ ਪ੍ਰੋਫਾਈਲ ਦੇ ਉੱਪਰ, ਚੰਗੀ ਭਲੀ ਪ੍ਰੋਫਾਈਲ ਦੇ ਉੱਪਰ ਤੁਸੀਂ ਰਿਫਿਊਜ਼ਲ ਨਾ ਲਗਾਓ। ਹੈਲੋ, ਮੈਨੂੰ ਲੱਗਦਾ ਲਾਈਨ 'ਚ ਕੋਈ ਦਿੱਕਤ ਹੈ, ਬਾਰ-ਬਾਰ ਅਸੀਂ ਦਰਸ਼ਕਾਂ ਨੂੰ ਇਹੀ ਇਸ ਲਈ ਕਹਿੰਦੇ ਹਾਂ ਪਲੀਜ਼ ਨੈਟਵਰਕ ਏਰੀਆ ਵਿੱਚ ਆ ਕੇ ਕਾਲ ਕਰਿਆ ਕਰੋ ਤਾਂ ਕਿ ਸਾਨੂੰ ਜਾਂ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਕਾਲ ਰਿਸੀਵ ਕਰਨ ਦੇ ਵਿੱਚ। ਬਿਲਕੁਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
ਮੈਮ ਹੁਸ਼ਿਆਰਪੁਰ ਤੋਂ ਗੱਲ ਕਰ ਰਹੀ ਹਾਂ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ 2019 ਦੇ ਵਿੱਚ। ਹਾਂਜੀ, ਉਸ ਤੋਂ ਬਾਅਦ ਮੇਰਾ ਗੈਪ ਹੈ। ਓਕੇ ਮੈਂ ਯੂਕੇ ਅਪਲਾਈ ਕਰਨਾ ਚਾਹੁੰਦੀ, ਮੇਰਾ ਵਿਦਆਊਟ ਆਇਲਸ ਹੋ ਜਾਏਗਾ? ਜੀ। ਗ੍ਰੈਜੂਏਸ਼ਨ ਕਿੰਨੀ ਪਰਸੈਂਟੇਜ ਹੈ ਤੁਹਾਡੀ? 70% ਹੈ। ਕਿਹਦੇ ਵਿੱਚ ਕੀਤੀ ਸੀ ਗ੍ਰੈਜੂਏਸ਼ਨ ਤੁਸੀਂ? ਸੌਰੀ? ਗ੍ਰੈਜੂਏਸ਼ਨ ਦੀ ਤੁਹਾਡੀ ਸਪੈਸ਼ਲਾਈਜੇਸ਼ਨ ਕੀ ਸੀ ਤੁਹਾਡੀ? ਆਵਾਜ਼ ਨਹੀਂ ਕਿਹੜੀ ਸਟਰੀਮ ਦੇ ਵਿੱਚ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ? ਬੀਏ ਕੀਤੀ ਹੈ, ਬੀਕਾਮ ਕੀਤੀ ਹੈ? BBA। ਬੀਬੀਏ, BBA ਓਕੇ ਕੀਤੀ, ਜੀ। okay। ਬਿਲਕੁਲ ਤੁਸੀਂ ਇਹਦੇ ਨਾਲ ਯੂਕੇ ਨੂੰ ਅਪਰੋਚ ਕਰ ਸਕਦੇ ਹੋ ਡੈਫੀਨੇਟਲੀ, ਔਰ ਬਸ ਇਹਦੇ ਉੱਤੇ ਤੁਹਾਡੇ ਡਿਪੈਂਡਸ ਰੱਖਣਗੇ ਤੁਹਾਡੇ ਫਾਈਨੈਂਸ਼ੀਅਲਸ। ਬਿਕੋਜ਼ ਰੀਜ਼ਨ ਕੀ ਹੈ, ਇਹਦੇ ਵਿੱਚ ਤੁਹਾਨੂੰ ਇਨਰ ਲੰਡਨ ਔਰ ਆਊਟਰ ਲੰਡਨ ਦੋਨਾਂ ਦੇ ਵਿੱਚ ਯੂਨੀਵਰਸਿਟੀ ਮਿਲ ਜਾਊਗੀ 28 ਦਿਨ ਪੁਰਾਣੇ ਜੇ ਤੁਹਾਡੇ ਕੋਲ ਫੰਡਸ ਹੋਣਗੇ। ਹੁਣ ਅਸੀਂ ਨਾ ਇਸ ਗੱਲ ਤੋਂ ਮੈਂ ਕਲੀਅਰ ਕਰਨਾ ਚਾਹੂੰਗਾ ਇਸ ਕੁਐਸਚਨ ਦੇ ਉੱਤੋਂ। ਇਸ ਟਾਈਮ ਅਸੀਂ ਸਾਡੇ ਕੋਲ ਕਈ ਬੱਚੇ ਆਉਂਦੇ ਆ ਕਿ ਯਾਰ ਇਸ ਟਾਈਮ ਸਾਨੂੰ ਵਿਦਆਊਟ ਆਇਲਟਸ ਯੂਨੀਵਰਸਿਟੀ ਆਫਰ ਨਹੀਂ ਦੇ ਰਹੀ, ਕੈਸ਼ ਨਹੀਂ ਦੇ ਰਹੀ, ਯਾਰ ਸਭ ਕੁਝ ਦੇ ਰਹੀ ਹੈ ਜੀ। ਬਟ ਉਹਨਾਂ ਨੇ ਥੋੜਾ ਪ੍ਰੋਸੈਸ ਨੂੰ ਥੋੜਾ ਵਾਈਡ ਕੀਤਾ। Okay. ਐਕਚੁਅਲੀ ਹੋਇਆ ਕੀ ਹੈ ਯੂਕੇ ਦੇ ਲਈ, ਜੇ ਮੈਂ ਸਪੈਸ਼ਲੀ ਯੂਕੇ ਨੂੰ ਹਾਈਲਾਈਟ ਕਰਾਂ, ਅਸੀਂ ਇੱਥੋਂ ਹਾਈ ਕਮਿਸ਼ਨ ਦੇ ਵਿੱਚ ਬੜੇ ਦਾਅਵੇ ਦਿੱਤੇ ਕਿ ਬਾਈ ਜੀ ਅਸੀਂ ਯੂਨੀਵਰਸਿਟੀ ਵਿੱਚ ਪੜਾਂਗੇ, ਇਹ ਕਰਾਂਗੇ ਜੀ। ਚਲੋ ਯੂਨੀਵਰਸਿਟੀ ਨੇ ਵੀਜ਼ਾ ਦੇਤਾ। ਜਦੋਂ ਸਾਡੇ ਲੋਕ ਉੱਥੇ ਯੂਕੇ ਪਹੁੰਚੇ, ਉੱਥੇ ਪਹੁੰਚਦੇ ਸਾਰੇ ਉਹਨਾਂ ਨੇ ਵੇਖਿਆ ਕਿ ਯਾਰ ਇੱਥੇ ਤਾਂ ਘੱਟ ਬਜਟ ਵਾਲੇ ਕਾਲਜ ਵੀ ਹੈਗੇ ਆ, ਆਪਾਂ ਉੱਥੋਂ ਫੀਸ ਰਿਫੰਡ ਕਰਾ ਕੇ ਲੋਕਲ ਕਿਸੇ ਕਾਲਜ 'ਚ ਐਡਮਿਸ਼ਨ ਲੈ ਲਈ। ਪਰ ਯਾਰ ਇਸ ਚੀਜ਼ ਨੂੰ ਸਮਝੀਏ, ਇਹ ਚੀਜ਼ਾਂ ਕਰਕੇ ਬਾਈ ਜੀ ਜੇ ਤੁਹਾਨੂੰ ਵੀਜ਼ੇ ਦਾ ਲਾਲਚ ਹੈ ਤੇ ਉਸ ਯੂਨੀਵਰਸਿਟੀ ਨੂੰ ਵੀ ਆਪਣੇ ਰੈਵਨਿਊ ਦਾ ਲਾਲਚ ਹੈ। ਬਿਲਕੁਲ। ਹੁਣ ਤੁਸੀਂ ਉਹਦੇ ਦਾਅਵੇ ਦੇ ਨਾਲ 에ਅਰਪੋਰਟ ਵੀ ਕਲੀਅਰ ਕਰ ਰਿਹਾ, ਇਮੀਗ੍ਰੇਸ਼ਨ ਵੀ ਕਲੀਅਰ ਕਰ ਰਿਹਾ, ਉੱਥੇ ਜਾ ਕੇ ਤੁਸੀਂ ਕਾਲਜ ਨੂੰ ਕੋਈ ਰਿਸਪੌਂਡ ਨਹੀਂ ਦੇ ਰਹੇ, ਕਲਾਸਿਸ ਨਹੀਂ ਲਗਾ ਰਹੇ। ਤਾਂ ਸੋ ਡੈਫੀਨੇਟਲੀ ਉਹਨਾਂ ਨੇ ਕੀ ਕੀਤਾ ਹੈ ਕਿ ਜੋ ਨੋ ਡਾਊਟ ਕਿ ਨਾ ਕਹੀਏ ਕਿ ਵਿਦਆਊਟ ਐਡਮਿਸ਼ਨ ਨਹੀਂ ਆ ਰਹੀ। ਹੁਣ MOI LOR ਵਾਲਾ ਕੰਮ ਮੁੱਕ ਗਿਆ ਕਿ ਆਪਾਂ ਮੀਡੀਅਮ ਇੰਸਟਰਕਸ਼ਨ ਦਈਏ ਤੇ LOR ਦਈਏ ਤੇ ਵੀ ਆਪਾਂ ਨੂੰ ਆਫ ਲੈਟਰ ਆ ਜਾਊਗਾ। ਹੁਣ ਨਾਲ ਦੇ ਨਾਲ ਹੋ ਸਕਦਾ ਕਿ ਜਿਹੜੀ ਅੱਛੀ ਯੂਨੀਵਰਸਿਟੀਜ਼ ਹੈਗੀਆਂ ਉਹ ਤੁਹਾਡਾ ਐਟ ਦਾ ਟਾਈਮ ਆਫ ਆਫਰ ਲੈਟਰ ਵੀ ਇੰਟਰਵਿਊ ਅਟੈਂਪਟ ਕਰਨ, ਐਟ ਦਾ ਟਾਈਮ ਆਫ ਕੈਸ਼ ਲੈਟਰ ਵੀ ਇੰਟਰਵਿਊ ਅਟੈਂਪਟ ਕਰਨ, ਜਾਂ ਅਨਕੰਡੀਸ਼ਨਲ ਆਫਰ ਲੈਟਰ ਦੇ ਟਾਈਮ ਵੀ ਤੁਹਾਡਾ ਇੰਟਰਵਿਊ ਅਟੈਂਪਟ ਕਰਨ। ਸੋ ਇਸ ਚੀਜ਼ ਦੇ ਲਈ ਤੁਸੀਂ ਪ੍ਰੀਪੇਅਰ ਹੋਵੋ। ਜੇ ਤਾਂ ਤੁਸੀਂ ਆਪਣਾ ਪੇਪਰ ਵਰਕ ਪ੍ਰੋਪਰਲੀ ਦੋਗੇ ਤਾਂ ਹੇਅਰ ਨਿਗਲੀਜੀਬਲ 0.1 ਚਾਂਸਿਸ ਕਿ ਤੁਹਾਡਾ ਇੰਟਰਵਿਊ ਆ ਸਕਦਾ ਹੈ। ਦੇਖੋ ਨਾ ਐਕਚੁਅਲੀ ਕੀ ਹੈ, ਇੰਟਰਵਿਊ ਚੀਜ਼ ਕੀ ਹੈ? ਇੰਟਰਵਿਊ ਇਹ ਹੈਗਾ ਕਿ ਜੋ ਤੁਸੀਂ ਪੇਪਰਸ ਦਿੱਤੇ ਹੈ ਐਡਮਿਸ਼ਨ ਦੇ ਟਾਈਮ, ਕਿਆ ਉਸ ਐਡਮਿਸ਼ਨ ਦੇ ਲਈ ਲੌਜੀਕਲੀ ਆਪਾਂ ਵੇਖੀਏ ਕਿ ਕਿਸੇ ਚੀਜ਼ ਦਾ ਆਪਾਂ ਕੋਈ ਡੈਫੀਸ਼ੀਐਂਸੀ ਤਾਂ ਨਹੀਂ ਛੱਡੀ, ਕਿਸੇ ਚੀਜ਼ ਦੀ ਲੈਕਿੰਗ ਤਾਂ ਨਹੀਂ ਛੱਡੀ। ਇਸ ਲਈ ਯੂਨੀਵਰਸਿਟੀ ਨਹੀਂ ਵਿਹਲੀ ਨਹੀਂ ਹੈਗੀ ਕਿ ਯਾਰ ਉਹਨਾਂ ਨੂੰ ਪਤਾ ਜੇ ਜੈਨੂਇਨ ਪ੍ਰੋਫਾਈਲ ਹੈ, ਤੁਹਾਨੂੰ ਕੋਲ ਜੇ ਕਾਗਜ਼ ਪੱਤਰ ਪੂਰੇ ਆ ਗਏ ਤੁਸੀਂ ਇੰਟਰਵਿਊ ਨੂੰ ਅਟੈਂਪਟ ਨਹੀਂ ਕਰੋਗੇ। ਹਾਂ, ਕਿਸੇ ਯੂਨੀਵਰਸਿਟੀ ਦਾ ਕ੍ਰਾਈਟੇਰੀਆ ਇਹੀ ਹੁੰਦਾ ਹੈ ਕਿ ਆਫਟਰ ਡਾਕੂਮੈਂਟਸ ਆਪਾਂ ਇੰਟਰਵਿਊ ਲੈਣਾ ਹੀ ਲੈਣਾ। ਸੋ ਬਹੁਤ ਚੀਜ਼ਾਂ ਹੁੰਦੀਆਂ। ਸੋ ਐਡਮਿਸ਼ਨ ਤੁਹਾਡੀ ਇੰਨੀ ਕੁ ਸਟਰੋਂਗ ਚਾਹੀਦੀ ਹੈ ਕਿ ਦੇਖੋ ਜੇ ਤੁਹਾਡੀ ਐਡਮਿਸ਼ਨ ਸਟਰੋਂਗ ਹੈ ਤੇ ਦੈਟਸ ਮੀਨ ਤੁਹਾਡੀ ਫਾਈਲਿੰਗ ਸਟਰੋਂਗ ਹੈ। ਜੇ ਤੁਹਾਡੀ ਐਡਮਿਸ਼ਨ ਹੀ ਨਹੀਂ ਕੁਛ ਹੈਗੀ, ਨਾ ਤੁਹਾਡੀ ਐਡਮਿਸ਼ਨ ਦੇ ਉੱਤੇ ਤੁਹਾਡਾ ਕੋਰਸ ਦਾ ਫੀਸ ਦਾ ਹਰ ਇੱਕ ਚੀਜ਼ ਤੁਹਾਡੀ ਉੱਥੋਂ ਕਲੀਅਰ ਹੋਏਗੀ। ਸੋ ਬਿਫੋਰ ਯੂਰ ਫਾਈਲਿੰਗ, ਬਿਫੋਰ ਯੂ ਸਟਾਰਟ ਯੂਰ ਪ੍ਰੋਸੈਸ, ਸਹੀ ਕੰਸਲਟੈਂਟ ਨੂੰ ਗਾਈਡੈਂਸ ਲਓ। ਕਿਉਂਕਿ ਐਕਚੁਅਲੀ ਕੀ ਹੈ, ਕੱਲਾ ਫਾਈਲ ਲਗਾਉਣਾ, ਆਫਰ ਲੈਟਰ ਲੈਣਾ, ਫੀਸ ਭਰਨਾ ਮਕਸਦ ਨਹੀਂ ਹੈਗਾ। ਆਪਾਂ ਨੇ ਵੀਜ਼ਾ ਲੈਣਾ ਹੈ। ਬਿਲਕੁਲ ਬਿਲਕੁਲ ਤੁਸੀਂ ਇਹ ਗੱਲ ਸਹੀ ਕਹੀ ਹੈ, ਕਿਉਂਕਿ ਕਈ ਵਾਰੀ ਸਟੂਡੈਂਟਸ ਨੂੰ ਲੱਗਦਾ ਠੀਕ ਹੈ ਸਾਡੀ ਆਫਰ ਲੈਟਰ ਆ ਗਈ ਮਤਲਬ ਸਾਡਾ ਵੀਜ਼ਾ ਲੱਗ ਗਿਆ, ਤੇ ਇਹਨਾਂ ਗੱਲਾਂ ਨੂੰ ਲੈ ਕੇ ਸਟੂਡੈਂਟ ਜੋ ਹੈ ਗੁੰਮਰਾਹ ਹੋ ਜਾਂਦੇ ਨੇ ਕਿ ਕੋਈ ਵੀ ਕਿਸੇ ਕੰਪਨੀ ਜਾਂਦੀ ਹੈ, ਆਫਰ ਲੈਟਰ ਦਿਖਾ ਦਿੱਤੀ ਜਾਂਦੀ ਹੈ, ਸਟੂਡੈਂਟਸ ਨੂੰ ਲੱਗਦਾ ਬਸ ਹੁਣ ਮੇਰਾ ਕੰਮ ਹੋ ਗਿਆ, ਤੇ ਉਸ ਤੋਂ ਬਾਅਦ ਵੀਜ਼ਾ ਆਉਣ ਤੱਕ ਦਾ ਜਿਹੜਾ ਪ੍ਰੋਸੈਸ ਹੈ ਉਸਦੇ ਵਿੱਚ ਫਿਰ ਕਈ ਵਾਰੀ ਸਟੂਡੈਂਟਸ ਉਲਝੇ ਰਹਿ ਜਾਂਦੇ ਨੇ। ਡੈਫੀਨਿਟਲੀ ਬਿਲਕੁਲ। ਤੇ ਮੈਂ ਸਾਡੇ ਕੋਲ ਸਮਾਂ ਹੋਰ ਜ਼ਿਆਦਾ ਨਹੀਂ ਰਹਿ ਗਿਆ, ਪਰ ਸਟੂਡੈਂਟਸ ਨੂੰ ਜ਼ਰੂਰ ਕਹੂੰਗੀ ਕਿ ਜ਼ਰੂਰ ਅਗਰ ਤੁਸੀਂ ਆਪਣੀ ਪ੍ਰੋਫਾਈਲ ਜੋ ਹੈ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਜੋ ਸਕਰੀਨ ਦੇ ਉੱਪਰ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਹੈ ਉਸ ਦੇ ਉੱਪਰ ਸ਼ੋਅ ਤੋਂ ਬਾਅਦ ਵੀ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ। ਪਰ ਮੈਂ ਤੁਹਾਡੇ ਤੋਂ ਇੱਥੇ ਜਾਂਦੇ ਜ਼ਰੂਰ ਤਾਂ ਕਿ ਸਟੂਡੈਂਟਸ ਅਵੇਅਰ ਹੋਣ ਹਰ ਗੱਲ ਤੋਂ, ਆਪਣੀ ਪ੍ਰੋਫਾਈਲ ਨੂੰ ਲੈ ਕੇ, ਜਿਸ ਕੰਟਰੀ 'ਚ ਜਾ ਰਹੇ ਨੇ ਉਸ ਆਪਸ਼ਨਸ ਨੂੰ ਲੈ ਕੇ ਅਵੇਅਰ ਹੋਣ। ਕੀ ਕਹਿਣਾ ਚਾਹੋਗੇ? ਦੇਖੋ ਇਸ ਟਾਈਮ ਸਭ ਤੋਂ ਵੱਡਾ ਜੋ ਮੇਰਾ ਮੈਸੇਜ ਹੈ ਉਹਨਾਂ ਬੱਚਿਆਂ ਦੇ ਲਈ ਹੈ ਜੋ ਸਟਿਲ ਹਜੇ ਡਾਈਸੀ ਹੈ ਕਿ ਯਾਰ ਹਜੇ ਲਗਾਈਏ ਫਾਈਲ ਜਾਂ ਨਹੀਂ ਲਗਾਈਏ। ਹੁਣ ਐਕਚੁਅਲੀ ਜੇ ਕੈਨੇਡਾ ਦੀ ਗੱਲ ਕਰੀਏ, ਕੈਨੇਡਾ ਦੇ ਕੁਝ ਬੱਚੇ ਪਤਾ ਕਿਉਂ ਨਹੀਂ ਫਾਈਲ ਲਗਾ ਰਹੇ ਕਿ ਯਾਰ ਸਾਨੂੰ ਬਾਇਓਮੈਟ੍ਰਿਕ ਦੀ ਡੇਟ ਲੰਬੀ ਮਿਲ ਰਹੀ ਆ। ਉਹ ਯਾਰ ਪਤੰਦਰੋ, ਜੇ ਤੁਸੀਂ 10 ਕਦਮ ਚਲੋਗੇ ਤਾਂ ਬਾਇਓਮੈਟ੍ਰਿਕ ਤੱਕ ਪੁੱਜੋਗੇ। ਬਿਲਕੁਲ। ਜੇ ਤੁਹਾਡੀ ਫਾਈਲ ਹੀ ਨਹੀਂ ਵੈਸੀ ਗਈ ਤੇ ਬਾਇਓਮੈਟ੍ਰਿਕ ਕਿਵੇਂ ਹੋ ਜਾਣਗੇ? ਹੁਣ ਕਿਆ ਜੇ ਤੁਸੀਂ 2 ਮਹੀਨੇ ਬਾਅਦ ਫਰਵਰੀ 'ਚ ਫਾਈਲ ਲਗਾਓਗੇ ਤੇ ਕਿਆ ਤੁਹਾਨੂੰ ਦਸੰਬਰ 2020 ਦੀ 21 ਦੀ ਡੇਟ ਮਿਲ ਜੂਗੀ? ਇਸ ਚੀਜ਼ ਨੂੰ ਆਪਾਂ ਟੈਕਨੀਕਲੀ ਸਮਝੀਏ, ਕਿਉਂਕਿ ਕੁਝ ਇੱਕ ਕੁਐਰੀਜ਼ ਇਵੇਂ ਹੁੰਦੀਆਂ ਕਿ ਜੋ ਜੈਨੂਨ ਹੈ, ਕੋਈ ਰੀਜ਼ਨੇਬਲ ਹੈ, ਕੁਝ ਇੱਕ ਹੁੰਦੀ ਹੈ ਕਿ ਜਸਟ ਯਾਰ ਇੱਕ ਨਾ ਵੇਸਟੇਜ ਆਫ ਟਾਈਮ ਹੈ ਕਿ ਕਿਆ ਬੰਦਾ ਪਲੈਨਿੰਗ ਕਰ ਰਿਹਾ ਬਾਹਰ ਜਾਣ ਦੀ, ਜੋ ਇੰਨਾ ਨਹੀਂ ਅਵੇਅਰ ਹੈਗਾ ਕਿ ਬਾਹਰ ਕਿਵੇਂ ਸਰਵਾਈਵ ਕਰੂਗਾ। ਸੋ ਉਹ ਬੱਚਿਆਂ ਲਈ ਮੈਸੇਜ ਹੈ ਜੋ ਵੀ ਇਸ ਟਾਈਮ ਪਲਾਨ ਕਰ ਰਿਹਾ ਹੈ, ਇਸ ਟਾਈਮ ਹਰ ਕੰਟਰੀ ਦੀ ਵੀਜ਼ਾ ਰੇਟ ਓਕੇ ਹੈ, ਤਾਂ ਡੈਫੀਨੇਟਲੀ ਪੰਚ ਯੂਰ ਐਪਲੀਕੇਸ਼ਨ ਐਂਡ ਗੋ ਫॉर ਯੂਰ ਵੀਜ਼ਾ ਐਂਡ ਬੈਸਟ ਆਫ ਲੱਕ। ਜੀ ਬਿਲਕੁਲ। ਤੇ ਮੈਨੂੰ ਪੂਰੀ ਉਮੀਦ ਹੈ ਇਹ ਸ਼ੋਅ ਦੇ ਵਿੱਚ ਜਿੰਨੀਆਂ ਵੀ ਅਸੀਂ ਗੱਲਾਂ ਡਿਸਕਸ ਕਰਦੇ ਹਾਂ ਉਹ ਸਾਰੀਆਂ ਗੱਲਾਂ ਦਾ ਤੁਸੀਂ ਜ਼ਰੂਰ ਧਿਆਨ ਰੱਖੋਗੇ ਅਤੇ ਉਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਵੇਅਰ ਰਹੋਗੇ ਕਿ ਕਿਸ ਕੰਸਲਟੈਂਟ ਕੋਲ ਤੁਸੀਂ ਜਾ ਰਹੇ ਹੋ, ਕਿਸ ਤਰੀਕੇ ਨਾਲ ਤੁਹਾਡੀ
ਪ੍ਰੋਫਾਈਲ ਦੇ ਉੱਪਰ ਕੰਮ ਹੋ ਰਿਹਾ ਹੈ, ਤਾਂ ਕਿ ਚੰਗੀ ਭਲੀ ਤੁਹਾਡੀ ਪ੍ਰੋਫਾਈਲ ਦੇ ਉੱਪਰ ਰਿਫਿਊਜ਼ਲ ਨਾ ਹੋਵੇ। ਅਵੇਅਰ ਰਿਹਾ ਕਰੋ ਤਾਂ ਕਿ ਆਪਣੇ ਸੁਪਨਿਆਂ ਦੀ ਮੰਜ਼ਿਲ ਤੇ ਜਲਦੀ ਤੋਂ ਜਲਦੀ ਸਹੀ ਸਮੇਂ ਦੇ ਵਿੱਚ ਆਪਣਾ ਜੋ ਹੈ ਸਮਾਂ ਵੇਸਟ ਨਾ ਕਰਦੇ ਹੋਏ ਆਪਣੇ ਪੇਰੈਂਟਸ ਦੀ ਹਾਰਡ ਐਂਡ ਮਨੀ, ਮਿਹਨਤ ਨਾਲ ਕਮਾਈ, ਜਿਹੜੀ ਸਾਰੀ ਉਮਰ ਦੀ ਕਮਾਈ ਉਹਨਾਂ ਦੀ ਹੁੰਦੀ ਹੈ, ਉਹਨੂੰ ਵੇਸਟ ਨਾ ਕਰਦੇ ਹੋਏ ਸਹੀ ਤਰੀਕੇ ਨਾਲ ਜੈਨੂਇਨ ਵੇ ਦੇ ਨਾਲ ਜੋ ਹੈ ਵੀਜ਼ਾ ਤੁਹਾਡੇ ਹੱਥ ਵਿੱਚ ਹੋਵੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ, ਸਾਡੇ ਦਰਸ਼ਕਾਂ ਨਾਲ ਇਹ ਜਾਣਕਾਰੀ ਜੋ ਹੈ ਸਾਂਝੀ ਕੀਤੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।